ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਸਲਾਮ, ਜੈ ਹਿੰਦ ਜੀ। ਮੈਂ ਗੁਰਿੰਦਰ ਮਕਨਾ ਗੱਲ ਵੱਖਰੀ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਤੇ ਅੱਜ ਵੱਖਰੀ ਗੱਲ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੇ ਇਨਸਾਨ ਨੂੰ ਜੋ ਵੱਖਰੇ ਦੇਸ਼ ਤੋਂ ਆਏ ਨੇ ਤੇ ਪਰ ਗੱਲਾਂ ਕਰਨਗੇ ਸਾਡੇ ਨਾਲ ਆਪਣੀਆਂ ਤੇ ਮਿਲਾਉਣ ਜਾ ਰਹੇ ਹਾਂ ਜੀ ਯੂਕੇ ਇੰਗਲੈਂਡ ਤੋਂ ਚਮਕੌਰ ਸਿੰਘ ਰੰਧਾਵਾ ਉਰਫ ਚੰਨੀ ਰੰਧਾਵਾ ਜੀ ਨੂੰ। ਸਤਿ ਸ਼੍ਰੀ ਅਕਾਲ ਚੰਨੀ ਜੀ, ਸਵਾਗਤ ਹੈ ਸਟੂਡੀਓ 'ਚ। ਮਖਨਾ ਸਾਹਿਬ ਜੀ, ਸੋਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਤੇ ਮੈਂ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਮੈਨੂੰ ਇਹ ਦੱਸਿਓ ਸਾਡੇ ਦਰਸ਼ਕਾਂ ਨੂੰ ਵੀ ਕਿ ਤੁਸੀਂ ਯੂਕੇ ਰਹਿ ਰਹੇ ਹੋ ਨਾ, ਲੰਡਨ 'ਚ। ਹਾਂਜੀ, ਮੈਂ ਯੂਕੇ ਲੰਡਨ 'ਚ ਰਹਿਣਾ। ਮੈਨੂੰ 60 ਸਾਲ ਹੋ ਗਏ। 60 ਸਾਲ 60 years ਟੋਟਲ। ਤੇ ਕਿਵੇਂ ਦਾ ਸਫ਼ਰ ਰਿਹਾ, ਕਦੋਂ ਸ਼ੁਰੂਆਤ ਕੀਤੀ ਤੁਸੀਂ, ਕਿਵੇਂ ਸੋਚਿਆ ਤੇ ਕਿਵੇਂ ਗਏ, ਇਹ ਸਾਰਾ ਕੁਝ ਦਰਸ਼ਕਾਂ ਨੂੰ ਪਿਆਰ ਨਾਲ ਦੱਸੋ। ਹਾਂਜੀ, ਬਿਲਕੁਲ। ਐਕਚੁਅਲੀ ਸਾਡੇ ਪਿਤਾ ਜੀ ਐਂਗਲੋ ਇੰਡੀਅਨ ਆਰਮੀ ਵਿੱਚ ਸੀਗੇ, ਮਿਲਟਰੀ 'ਚ। ਹਾਂਜੀ ਮਤਲਬ ਫੌਜ ਵਿੱਚ, ਤੇ ਬਰਮਾ ਦੀ ਲੜਾਈ ਵਿੱਚ ਸੀਗੇ। ਸੋ ਜਦੋਂ ਬਰਮਾ ਦੀ ਲੜਾਈ ਖਤਮ ਹੋਈ ਤਾਂ ਜਿਹੜੀ ਗੋਰਿਆਂ ਦੀ ਸਰਕਾਰ ਆ, ਬ੍ਰਿਟਿਸ਼, ਹਾਂਜੀ ਉਹਨਾਂ ਨੇ ਇਨਵਾਈਟ ਕੀਤਾ ਉਹਨਾਂ ਨੂੰ। ਅੱਛਾ ਤੇ ਉਹਨਾਂ ਦਾ ਕੰਟਰੀਬਿਊਸ਼ਨ ਸੀਗਾ ਵਾਰ ਵਿੱਚ, ਸੈਕੰਡ ਵਰਲਡ ਵਾਰ 'ਚ ਬਰਮਾ 'ਚ। ਜੀ ਤੇ ਇੱਕ ਕਿਸਮ ਦਾ ਗਿਫਟ ਹੀ ਸੀਗਾ ਕਿ ਸਾਡੇ ਵਾਸਤੇ ਤੁਸੀਂ ਸੈਕਰੀਫਾਈਸ ਕੀਤਾ, ਵੀ ਸਾਡਾ ਕੁਝ ਬਣਦਾ ਕਿ ਤੁਸੀਂ ਇੰਗਲੈਂਡ ਆ ਜਾਓ, ਤੁਹਾਨੂੰ ਇਨਵਾਈਟ ਕਰ ਰਹੇ। ਓਕੇ ਉਸ ਜ਼ਮਾਨੇ ਵਿੱਚ ਵੀਜ਼ੇ ਨਹੀਂ ਸੀਗੇ, ਅੱਛਾ ਜੀ ਜੋ ਅੱਜ ਦੇ ਜ਼ਮਾਨੇ 'ਚ ਚੱਲਦਾ ਇੱਕਦਮ ਨਹੀਂ ਸੀ। ਸੋ ਸੈਕੰਡ ਵਰਲਡ ਵਾਰ ਖਤਮ ਹੋਇਆ ਸੀ ਅੱਛਾ ਜਰਮਨੀ, ਸੋ ਕੰਮ ਬਹੁਤ ਸੀ। 1945 ਦੇ ਲਾਗੇ ਹਾਂਜੀ। ਜੀ ਸੋ ਪਿਤਾ ਜੀ ਨੇ ਡਿਸਾਈਡ ਕੀਤਾ ਕਿ ਅਸੀਂ ਜਾਣਾ, ਪਰ ਕੰਮ ਕਰਕੇ ਵਾਪਸ ਆ ਜਾਣਾ। ਅੱਛਾ ਜੀ ਹਾਂਜੀ, ਉਹਨਾਂ ਦੀ ਕੋਈ ਇੰਟੈਂਸ਼ਨ ਨਹੀਂ ਸੀ ਕਿ ਰਹਿਣਾ। ਸੋ ਡਿਸਚਾਰਜ ਪੇਪਰਸ ਉਹਨਾਂ ਦੇ ਮਿਲ ਗਏ। ਓਕੇ ਐਵਰੀਥਿੰਗ ਵਾਸ ਫਾਈਨ। ਸੋ ਉਦੋਂ ਮੇਰੇ ਤਾਏ ਜੀ ਤੇ ਚਾਚਾ ਜੀ ਵੀ ਸੀਗੇ, ਪਰ ਉਹਨਾਂ ਨੇ ਕਿਹਾ ਕਿ ਨਹੀਂ ਜੀ, ਅਸੀਂ ਨਹੀਂ ਜਾਣਾ। ਓਕੇ ਹਾਂਜੀ, ਉਹਨਾਂ ਦਾ ਮਾਈਂਡ ਬਣਾ ਲਿਆ। ਪਰ ਪਿਤਾ ਜੀ ਨੂੰ ਸੀਗਾ ਕਿ ਹਮੇਸ਼ਾ ਉਹਨਾਂ ਨੂੰ ਸ਼ੌਂਕ ਸੀ ਵੀ ਅੱਗੇ ਕੀ ਆ। ਹੀ ਵਾਸ ਨਾਟ ਲਿਮਿਟਿਡ। ਫਾਰ ਦਾ ਬੈਟਰਮੈਂਟ ਆਫ ਦਾ ਫੈਮਿਲੀ। ਹਾਂਜੀ, ਜੀ ਤੇ ਉਸ ਜ਼ਮਾਨੇ ਵਿੱਚ ਕੱਲਾ ਉਰਦੂ ਸੀ, ਪੰਜਾਬੀ ਸੀ ਨਹੀਂ, ਸਿਰਫ ਉਰਦੂ 'ਚੋਂ ਪੇਪਰ ਪੜ੍ਹਦੇ ਸੀ ਸਾਰਾ ਕੁਛ। ਸੋ ਉਹਨਾਂ ਦਾ ਮਾਈਂਡ ਸੈਟ ਸੀਗਾ ਕਿ ਪੰਜਾਂ ਉਂਗਲਾਂ ਸੇਮ ਨਹੀਂ ਹੁੰਦੀਆਂ। ਹਾਂ ਹੀ ਵਾਸ ਵਨ ਸਟੈਪ ਅਹੈਡ ਆਫ ਦੀ ਅਦਰਸ। ਓਕੇ ਸੋ ਚਾਚਾ ਜੀ ਨੇ ਡਿਸਾਈਡ ਕੀਤਾ ਮੈਂ ਨਹੀਂ ਜਾਣਾ, ਮੈਂ ਖੇਤੀ ਕਰਾਂਗਾ। ਓਕੇ ਸੋ ਤਾਇਆ ਜੀ ਨੇ ਵੀ ਡਿਸਾਈਡ ਕਰ ਲਿਆ। ਫਿਰ ਪਿਤਾ ਜੀ ਕਹਿੰਦੀ ਮੈਂ ਤਾਂ ਜਾਣਾ ਹੀ ਜਾਣਾ। ਅੱਛਾ ਸੋ ਸਟੋਰੀ ਕਾਫੀ ਇਮੋਸ਼ਨਲ ਆ। ਹਾਂ ਅੱਜ ਮੈਂ ਤੁਹਾਨੂੰ ਦੱਸ ਦਿੰਦਾ ਇਨ ਸ਼ੋਰਟ ਕਲਿੱਪ। ਕੋਈ ਗੱਲ ਨਹੀਂ ਉਸ ਜ਼ਮਾਨੇ ਵਿੱਚ ਸਾਡੇ ਮੱਡ ਹਟ ਹੁੰਦੇ ਸੀਗੇ। ਐਕਚੁਅਲੀ ਵੇ ਫਰੋਮ ਜਗਰਾਵਾਂ। ਅੱਛਾ ਤੁਸੀਂ ਜਗਰਾਵਾਂ ਤੋਂ ਹਾਂਜੀ, ਸਾਡਾ ਪਿੰਡ ਹੈ ਚੀਮਾ, ਹਾਂਜੀ ਤੇ ਮੇਰੇ ਨਾਨਕੇ ਹੈ ਗੋਂਦਵਾਲ ਰਾਏਕੋਟ, ਡਿਸਟ੍ਰਿਕਟ ਲੁਧਿਆਣਾ। ਲੁਧਿਆਣਾ ਰਾਈਟ ਜੀ। ਅੱਛਾ ਜੀ ਸੋ ਹੋਇਆ ਕਿ ਪਿਤਾ ਜੀ ਨੂੰ ਡਿਸਚਾਰਜ ਪੇਪਰਸ ਮਿਲ ਗਏ ਹਾਂਜੀ ਤੇ ਉਹਨਾਂ ਨੇ ਘਰ ਰੱਖ ਲਿਆ, ਡਿਸਾਈਡ ਕਰ ਲਿਆ ਮੈਂ ਜਾਣਾ। ਤੇ ਇੱਕ ਰਾਤ ਪਹਿਲਾਂ ਉਹ ਸਾਰਾ ਕੁਛ ਚੈੱਕ ਕਰ ਰਹੇ ਸੀ ਤੇ ਸਾਡੀ ਮਾਤਾ ਜੀ ਨੂੰ ਕਿਹਾ ਵੀ ਮੇਰੇ ਪੇਪਰ ਪਏ ਸੀ ਇੱਥੇ। ਮਾਤਾ ਜੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ। ਉਹ ਕਹਿੰਦਾ ਮੈਨੂੰ ਪੇਪਰ ਚਾਹੀਦੇ, ਉਸੇ ਬਿਨਾਂ ਮੈਂ ਜਾ ਨਹੀਂ ਸਕਦਾ ਸਵੇਰ ਨੂੰ। ਜੀ ਤਕਰੀਬਨ ਜੋ ਮੈਨੂੰ ਦੱਸਿਆ ਉਹਨਾਂ ਨੇ ਕਿ ਸ਼ਾਮ ਦਾ ਟਾਈਮ ਸੀ, 9-10 ਵਜੇ ਦਾ, ਤੇ ਬਾਹਰ ਮੀਂਹ ਪੈ ਰਿਹਾ ਸੀ। ਓਕੇ ਸੋ ਉਹ ਪੇਪਰ ਲੱਭ ਰਹੇ ਆ, ਪੇਪਰ ਮਿਲ ਨਹੀਂ ਰਹੇ। ਤੇ ਮਾਤਾ ਜੀ ਨੂੰ ਕਹਿੰਦੇ ਕਿ ਉਹ ਪੇਪਰ ਲੱਭ ਕਿੱਥੇ ਆ, ਕਿਉਂਕਿ ਉਹਦੇ ਬਿਨਾਂ ਮੈਂ ਜਾ ਨਹੀਂ ਸਕਦਾ। ਮਾਤਾ ਜੀ ਕਹਿੰਦੇ ਮੈਨੂੰ ਪਤਾ ਨਹੀਂ। ਉਹ ਕਹਿੰਦੇ ਸੋਚ ਪੇਪਰ ਕਿੱਥੇ ਆ। ਉਹ ਕਹਿੰਦੇ ਮੈਂ ਸਫਾਈ ਕੀਤੀ ਸੀ ਤੇ ਸ਼ਾਇਦ ਹੋ ਗਏ ਨੇ ਇੱਧਰ ਉੱਧਰ। ਸੋ ਬਾਬਾ ਜੀ ਕਹਿੰਦੇ ਠੀਕ ਹੈ, ਤੂੰ ਯਾਦ ਕਰ ਕਿਤੇ ਉਹ ਸੁੱਟਿਆ ਹੋਣਾ ਗਮ ਜੋ ਹੈ। ਉਹ ਰੂੜੀ ਸੀ ਸਾਡੇ ਬਾਹਰ, ਅੱਛਾ ਜੀ ਤੇ 10 ਵਜੇ ਦਾ ਟਾਈਮ ਸੀ, ਮੀਂਹ ਪੈਂਦਾ ਸੀ। ਉਸ ਜ਼ਮਾਨੇ ਇਲੈਕਟ੍ਰਿਕ ਨਹੀਂ ਸੀ ਪਿੰਡ ਵਿੱਚ। ਰਾਤ ਦਾ 10 ਵਜੇ 10 ਵਜੇ ਦਾ ਟਾਈਮ, ਠੀਕ ਹੈ ਮੀਂਹ ਪੈ ਰਿਹਾ। ਹਾਂਜੀ ਤੇ ਪਿਤਾ ਜੀ ਲੈਂਟਰਨ ਲੈ ਕੇ ਗਏ ਮਾਤਾ ਜੀ ਨਾਲ, ਸਾਰੀ ਰੂੜੀ ਫੋਲੀ। ਅੱਛਾ ਰੂੜੀ ਫੋਲੀ ਤੇ ਉਹ ਪੇਪਰ ਮਿਲ ਗਿਆ ਅੱਛਾ ਗਿੱਲਾ। ਗਲਿਆ ਪਿਆ ਜੀ, ਗਲਿਆ ਹੋਇਆ। ਹੂੰ ਤੇ ਹੁਣ ਮੈਨੂੰ ਲੱਗਦਾ ਟਾਈਮ ਹੋ ਗਿਆ ਹੋਣਾ 12 ਤੋਂ ਬਾਅਦ ਵਿੱਚ, ਨਾਈਟ ਟਾਈਮ। ਹਾਂਜੀ ਤੇ ਦੋਨੋਂ ਜੀ ਵਾਪਸ ਆਏ। ਤੇ ਉਸ ਜ਼ਮਾਨੇ ਵਿੱਚ ਗੈਸ ਕੁਛ ਤਾਂ ਹੈ ਸੀ, ਚੁੱਲ੍ਹਾ ਸੀ। ਹਾਂਜੀ ਚੁੱਲ੍ਹੇ ਤੇ ਉਹਨੇ ਸਿਕਾਇਆ ਡਿਸਚਾਰਜ ਪੇਪਰਸ। ਹਾਂਜੀ ਤੇ ਸੁਬਾਹ ਤੱਕ ਉਹ ਮਾੜਾ ਮਾੜਾ ਸੁੱਕ ਗਿਆ, ਅੱਛਾ ਤੁਰ ਪਏ ਜੀ। ਸੋ ਹੀ ਅਰਾਈਵਡ ਇਨ ਇੰਗਲੈਂਡ। ਮਤਲਬ ਤੁਹਾਡੀ ਕਿਸਮਤ ਜਿਹੜੀ ਸੀ ਉਹ ਹਾਂਜੀ, ਗਿੱਲੇ ਪੇਪਰ ਕੋਲ ਮਿਲੀ ਹੋਈ। ਪੇਪਰ ਤੋਂ। ਸੋ ਦ ਮੋਸਟ ਇਮੋਸ਼ਨਲ ਪੁਆਇੰਟ ਇਜ਼ ਕਿ ਮੇਰਾ ਛੋਟਾ ਲੜਕਾ, ਹਾਂਜੀ ਹੀ ਇਜ਼ ਆਲਸੋ ਮਿਊਜ਼ਿਕ ਆਡੀਓ ਇੰਜੀਨੀਅਰ, ਓਕੇ ਉਹਦਾ ਫੀਲਡ ਆ। ਹਾਂਜੀ ਐਂਡ ਹੀ ਵਾਸ ਲੁਕਿੰਗ ਥਰੂ ਮਾਈ ਪੇਪਰਸ। ਸੋ ਇੱਕ ਦਿਨ ਕਹਿੰਦਾ ਡੈਡ, ਪੇਪਰ ਕੀ ਆ ਗਲਿਆ ਜਾ। ਹਾਂਜੀ ਮੈਂ ਕਿਹਾ ਪੁੱਤਰ, ਇਹ ਪੇਪਰ ਦੀ ਵੈਲਿਊ ਬਹੁਤ ਆ, more than anything in the world. ਅੱਛਾ Because of this paper we are here and you are here. ਅੱਛਾ
ਫਿਰ ਮੈਨੂੰ ਸਮਝਾਇਆ ਕਿ ਏਦਾਂ ਦਾ, ਕਹਿੰਦਾ ਡੈਡ ਇੰਨੇ ਇੰਪੋਰਟੈਂਟ ਪੇਪਰ ਤੁਸੀਂ ਰੱਖੇ ਏਦਾਂ। ਓਕੇ। ਸੋ ਔਨ ਮਾਈ 60th ਬਰਥਡੇ ਜੋ ਮੈਂ 60 ਸਾਲ ਦਾ ਪੂਰਾ ਹੋਇਆ ਅੱਛਾ ਜੀ। ਤੇ ਮੇਰੇ ਬੇਟੇ ਨੇ ਮੇਰੀ ਫੈਮਿਲੀ ਮੈਨੂੰ ਉਹ ਸਜਾ ਕੇ ਫਰੇਮ ਵਿੱਚ ਗਿਫਟ ਦਿੱਤਾ। ਵਾਹ ਕੀ ਬਾਤ। ਉਹ ਇਸ ਟਾਈਮ ਤੇ ਸਾਡੇ ਮਕਾਨ ਵਿੱਚ ਉੱਥੇ ਹੈਂਗ ਕੀਤਾ ਹੋਇਆ। ਅੱਛਾ ਦੈਟ ਪੇਪਰ ਇਜ਼ ਦ ਸਟਾਰਟ ਆਫ ਯੂਰ ਜਰਨੀ। ਸਟਾਰਟ ਆਫ ਆਰ ਜਰਨੀ। ਓਕੇ। ਤੇ ਹੁਣ ਤੁਸੀਂ ਇੰਗਲੈਂਡ ਰਹਿੰਦੇ ਹੋ, ਖੁਸ਼ ਹੋ ਪਹਿਲਾਂ ਦੱਸੋ ਇੰਗਲੈਂਡ ਰਹਿ ਕੇ? ਹਾਂਜੀ ਖੁਸ਼ ਹਾਂ। ਮਿਹਨਤ ਕਰਨੀ ਪੈਂਦੀ ਆ ਲਾਈਕ ਐਵਰੀਵੇਅਰ ਐਲਸ। ਆਊਟਸਾਈਡ ਇੰਡੀਆ ਆਊਟ ਆਫ ਇੰਡੀਆ ਪੀਪਲ ਥਿੰਕ ਲਾਈਫ ਇਜ਼ ਲਗਜ਼ਰੀ। ਨੋ ਇਟਸ ਨੋਟ, ਇਟਸ ਵੈਰੀ ਹਾਰਡ। ਡਿਊਟੀ ਦਾ ਤੇ ਟਾਈਮਿੰਗ ਦਾ ਹੈਜ਼ ਟੂ ਬੀ 100%। ਜੋ ਆਪਾਂ ਟੀਵੀ ਤੇ ਦੇਖਦੇ ਹਾਂ ਔਰ ਯੂਥ ਅੱਜ ਕੱਲ੍ਹ ਟਿਕਟੋਕ ਤੇ ਪਾਉਂਦੇ ਆ ਕਿ ਇਹ ਲਾਈਫ ਆ, ਇਹ ਲਾਈਫ, ਜਿਹੜੀ ਐਕਚੁਅਲ ਰਿਐਲਿਟੀ ਆ ਇਸ ਟੋਟਲ ਆਪੋਜ਼ਿਟ ਓਕੇ। at this time in 2025. ਹੂੰ। It's a sad fact, very sad fact ਕਿ ਇੱਦਾਂ ਹੋ ਰਿਹਾ। I mean ਜੇ ਤੁਸੀਂ ਫਰਜ਼ ਕਰੋ ਸਟੱਡੀ ਕਰਨ ਜਾ ਰਹੇ ਹੋ, you should stick to that field, ਠੀਕ ਹੈ। ਸੋ ਜਿਹੜੇ ਬੱਚੇ ਸਟੱਡੀ ਕਰਨਾ ਉਹਨੇ ਕਰਨਾ ਹੀ ਆ। I have a lot of friends, their daughters, they're studying there and they're focusing on the studying. But no disrespect to anybody, ਹੋਰ ਵੀ ਜਨਤਾ ਜਾਂਦੀ ਆ ਬਟ ਉਹ ਗਲਤ ਰਸਤੇ ਤੇ ਉਹ ਇਸਤੇਮਾਲ ਕਰ ਰਹੇ ਆ ਵੀਜ਼ਾ। ਨਹੀਂ ਉਸ ਰਸਤੇ ਵੀ ਅਸੀਂ ਆਵਾਂਗੇ, ਪਹਿਲਾਂ ਉਹ ਗੱਲ ਇੱਥੋਂ ਤੱਕ ਚਲਾ ਲਈਏ ਜੀ ਕਿ ਤੁਸੀਂ ਇੰਗਲੈਂਡ ਰਹਿ ਕੇ 60 ਸਾਲ ਤੁਸੀਂ ਦੱਸਿਆ ਕਿ ਹੋ ਗਏ ਨੇ, ਜੀ ਤੇ ਬੱਚੇ ਸਾਰੇ ਉੱਥੇ ਜੰਮੇ ਪਲੇ, ਹਾਂਜੀ ਤਿੰਨੇ ਬੱਚੇ। ਵਿਆਹ ਵੀ ਉੱਥੇ ਹੀ ਹੋਇਆ? ਮੇਰਾ ਵਿਆਹ ਤਾਂ ਉੱਥੇ ਹੋਇਆ ਯਾਰ। ਹਾਂ। ਮੇਰੀ ਵਾਈਫ ਸ਼ੀ ਇਜ਼ ਬੋਰਨ ਦੇਅਰ ਐਂਡ ਤੇ 60 ਸਾਲ ਮਤਲਬ ਜ਼ਿੰਦਗੀ ਦਾ ਮੇਜਰ ਪਾਰਟ ਜਿਹੜਾ ਤੁਸੀਂ ਇੰਗਲੈਂਡ ਬਿਤਾ ਲਿਆ। ਤੇ ਮੈਨੂੰ ਇੱਕ ਗੱਲ ਦੀ ਦੱਸਿਓ ਕਿ ਉੱਥੇ ਰਹਿ ਕੇ ਇੰਡੀਆ ਨੂੰ ਝੂਰਦੇ ਹੋ ਕਿ ਨਹੀਂ? ਆਈ ਮੀਨ ਝੂਰਨਾ ਮਤਲਬ ਵੀ ਕਸਕ ਤੜਫ ਵੀ ਯਾਰ ਜਿਹੜੀ ਮੈਂ ਉੱਥੇ ਹੁੰਦਾ ਜਾਂ ਉੱਥੇ ਜਾਵਾਂ, ਉੱਥੇ ਆ ਹੋ ਰਿਹਾ, ਇਹ ਕੋਈ ਤੁਹਾਨੂੰ ਮਹਿਸੂਸ ਹੁੰਦੀ? ਤੁਹਾਡਾ ਮਤਲਬ ਕਹਿੰਦਾ ਕਿ ਮੈਂ ਅਸੀਂ ਮਿਸ ਕਰਦੇ ਹਾਂ ਜਾਂ ਹਾਂ ਮਿਸ ਕਰਦੇ ਹਾਂ ਬਿਕੋਜ਼ ਜਿਹੜੇ ਇਟਸ ਬੇਸਿਕਲੀ ਗ੍ਰੈਜੂਏਟ ਕਹਿੰਦੇ ਇਟਸ ਇਨ ਮਾਈ DNA। ਓਕੇ। ਸੋ ਮੈਂ ਇੱਥੇ ਜੰਮਿਆ ਪੜਿਆ ਈਵਨ ਦੋ ਆਈ ਸਪੈਂਡ ਵੈਰੀ ਸ਼ੋਰਟ ਟਾਈਮ। ਇਹ ਮੇਰੀ ਇਨਰ ਫੀਲਿੰਗ ਹੈ ਕਿ ਮੈਂ ਵਾਪਸ ਜਾਵਾਂ। ਅੱਛਾ। ਸੋ ਜੋ 1969 70 ਜਦੋਂ ਗਏ ਸੀ I still have the same mindset. ਓਕੇ। But sometimes I feel ਕਿ ਇੰਡੀਆ ਜ਼ਿਆਦਾ ਐਡਵਾਂਸ ਹੋ ਗਿਆ and the youth from here have not the same feeling. ਇਹ ਉਧਰ ਨੱਠੇ ਨੂੰ ਜਾਣੇ ਫਿਰਦੇ ਆ ਕਿ ਅਸੀਂ ਮਤਲਬ yeah everybody wants to do well but ਜਿਹੜੇ ਤੁਹਾਡੇ fundamental values ਆ you should never forget. Well, if I ask you, sorry to interrupt, if I ask you where would you want to live in the last days of the life? If I want to live, I would live back here. Achha, you still have a hope to come back? Yes. If I don't, it's nice. I would live here. I will pray to God. God will bless you in the India. And ਮੈਨੂੰ ਇਹ ਦੱਸਿਓ ਕਿ ਹੁਣ ਜਿਹੜਾ ਇੰਗਲੈਂਡ ਦਾ ਯੂਥ ਹੈ, ਜੀ ਇੰਗਲੈਂਡ ਦੇ ਬੱਚੇ ਤੇ ਸਾਡੇ ਬੱਚਿਆਂ 'ਚ ਤੁਸੀਂ ਕੋਈ ਫਰਕ ਮਹਿਸੂਸ ਕੀਤਾ? Actually the biggest difference is ਬੱਚੇ ਉੱਥੇ ਜੋ ਹੈ one fundamental thing I've seen ਬੱਚੇ ਇੱਥੇ they absorb information very quickly. ਅੱਛਾ। ਉੱਥੇ ਬੱਚੇ ਜੋ ਹੈ so there's so much going on. So Which means that here is limited. The amount of information that's said is limited. So ਜੋ ਵੀ ਇਹ ਬੱਚੇ information ਲੈਂਦੇ they absorb very quickly. ਉੱਥੇ they're getting it from every angle. ਸਾਰੇ ਪਾਸੇ. So for them it's much harder. In my personal opinion, children here who are educated they're on a far better scale, much faster picking up than them there. Smarter to a degree ke they can absorb that information much quicker than them. Okay. If that's the easy way of. ਚਲੋ ਫਿਰ ਘੁੰਮ ਕੇ ਆਉਂਦੇ ਹਾਂ। ਹੁਣ ਮੈਨੂੰ ਥੋੜਾ ਜਿਹਾ ਦੱਸੋ ਕਿ ਤੁਸੀਂ ਇੰਗਲੈਂਡ 'ਚ ਜੌਬ ਕੀ ਕਰਦੇ ਹੋ? ਮੇਰੀ job for last 40 years. 40? Yeah. 40 ਸਾਲ ਜੀ। ਜੀ। And I'm happy to say ਕਿ happy ਗੁਜ਼ਰੇ ਆ। I work at London Heathrow International Airport. ਅੱਛਾ 에어ਪੋਰਟ ਤੇ ਕੰਮ ਕਰਦੇ? ਹਾਂਜੀ। 에어ਪੋਰਟ ਤੇ ਤੁਸੀਂ ਕੀ ਕਰਦੇ ਹੋ? I'm customer service representative for an airline. Yeah. ਓਕੇ। So ਮਤਲਬ ਦੇਸੀ ਭਾਸ਼ਾ ਜੇ ਮੈਂ ਕਹਿਣਾ ਹੋਵੇ ਤਾਂ ਹਾਂਜੀ ਕੀ ਕੰਮ ਕਰਨਾ ਪੈਂਦਾ ਉੱਥੇ? ਸਾਡਾ ਕੰਮ ਐਕਚੁਅਲੀ ਫਸਟ ਕੋ ਤੁਸੀਂ ਜੋ 에어ਪੋਰਟ ਤੇ ਜਾਂਦੇ ਹੋ ਹਾਂਜੀ। we check you in your baggage, we issue your boarding cards, ਤੁਹਾਡਾ ਬੈਗ ਟੈਗ ਲਗਾਉਣਾ ਜਿੱਥੇ ਤੁਸੀਂ ਜਾ ਰਹੇ ਹੋ।
ਅੱਛਾ, ਅਗਲੀ ਵਾਰੀ ਜਦੋਂ ਮੈਂ ਆਇਆ ਤਾਂ ਮੈਂ ਤੁਹਾਨੂੰ ਰਿਕੁਐਸਟ ਕਰ ਸਕਦਾ ਵੀ ਮੈਨੂੰ ਬਾਰੀ ਵਾਲੀ ਸੀਟ ਦੇ ਦਿਓ। ਜੀ ਆਨ ਦਮ ਸਰ। ਚਲੋ ਵਧੀਆ ਗੱਲ ਹੈ ਜੀ। ਤੇ ਮੈਂ ਤਾਂ ਸੁਣਿਆ ਕਿ ਹੀਥਰੋ 에ਅਰਪੋਰਟ ਹੈ ਵਰਲਡ ਦਾ ਸਭ ਤੋਂ ਬਿਜ਼ੀਐਸਟ 에ਅਰਪੋਰਟ ਹੈ, ਜਿੱਥੇ ਹਰ ਅੱਧੇ ਮਿੰਟ ਬਾਅਦ ਇੱਕ ਫਲਾਈਟ ਚੜ੍ਹਦੀ ਉਤਰਦੀ ਹੈ, ਤੇ ਮੈਂ ਅੱਖੀਂ ਵੇਖਿਆ ਵੀ ਸੀ ਵੈਸੇ। ਇਹਦੇ ਬਾਰੇ ਕਿੰਨਾ ਕੁ ਸੱਚ ਹੈ? Totally such are every 2 minutes we have a landing and take off. ਅੱਛਾ Even though we have 2 runways, ਸਾਡੇ 2 runway ਆ, but the problem ਸਾਡੀ space ਬਹੁਤ ਘੱਟ ਆ। ਅੱਛਾ ਜੀ। So Indira Gandhi International Airport, New Delhi has 5 runways ਅੱਛਾ ਜੀ। and they are 24/7. ਅੱਛਾ Sada airport, we have a curfew after 11 o'clock, which means ਲੋਕਾਂ ਨੇ ਸੌਣਾ ਹੁੰਦਾ। ਤੁਹਾਨੂੰ ਥੋੜਾ difficult ਹੋਣਾ understanding, ਪਰ ਇਹ government ਦੀ legislation law ਆ। ਹਾਂਜੀ Surrounding areas built up around the airport. ਹਾਂਜੀ। ਸੋ ਅਗਲਿਆਂ ਨੂੰ ਟਾਈਮ ਚਾਹੀਦਾ ਕਿ ਅਸੀਂ ਰੈਸਟ ਕਰੀਏ, ਅਸੀਂ ਸੋਈਏ। ਸੋ 11 ਵਜੇ ਤੋਂ ਬਾਅਦ ਕੋਈ ਫਲਾਈਟ ਨਹੀਂ ਲੈਂਡ ਹੁੰਦੀ, ਨਾ ਕੋਈ ਟੇਕ ਆਫ ਹੁੰਦੀ। 11 ਤੋਂ ਕਿੰਨੇ ਵਜੇ ਤੱਕ? 11 ਤੋਂ 4 ਵਜੇ ਤੱਕ ਸੁਬਾਹ 11 ਤੋਂ 4 ਵਜੇ ਤੱਕ ਕੋਈ ਫਲਾਈਟ ਨਹੀਂ, ਅਨਲੈਸ ਇਟਸ ਐਨ ਐਮਰਜੈਂਸੀ ਕਿ ਕੋਈ ਜਾ ਰਿਹਾ, ਦੇ ਹੈਵ ਟੂ ਲੈਂਡ, ਵਿਚ ਬਾਈ ਆਲ ਮੀਨਸ ਦੇ ਹੈਵ ਟੂ ਡੂ। ਪਰ ਇਹ ਤਾਂ ਸੋਹਣਾ ਰੂਲ ਹੈ। ਸਾਡੇ ਇੱਥੇ ਤਾਂ ਘਰ ਹੀ ਗੱਡੀ ਦੀ ਲਾਈਨ ਤੇ ਹੁੰਦੇ ਆ, ਜਾਂ 에ਅਰਪੋਰਟ ਦੇ ਸਾਡੇ, ਮੈਂ ਮੋਹਾਲੀ ਰਹਿਣਾ, ਉਹ 에ਅਰਪੋਰਟ ਦੇ ਲਾਗੇ ਹਰ 5 ਮਿੰਟ ਬਾਅਦ ਭਾਵੇਂ ਰਾਤ ਹੋਵੇ ਦਿਨ ਹੋਵੇ, ਇੱਥੇ ਨਹੀਂ ਪਰਵਾਹ ਹੁੰਦੀ, ਉੱਥੇ ਭੱਜੇ ਹੀ ਜਾਂਦੇ। ਨਹੀਂ ਜੀ, 11 o'clock ਸਾਡਾ ਕਰਫਿਊ ਆ। ਫਰਜ਼ ਕਰੋ ਸਾਡੀ ਫਲਾਈਟ ਲੇਟ ਹੋ ਗਈ ਹਾਂਜੀ ਤੇ ਅਸੀਂ ਉਹ 11 ਦਾ ਮਾਰਕਰ ਨਹੀਂ ਮਿਲਿਆ, ਹਰ ਫਲਾਈਟ ਇਜ਼ ਕੈਂਸਲਡ। ਦੇ ਹੈਵ ਟੂ ਪੁੱਟ them in a hotel, ਉਹ ਕੱਲ ਜਾਏਗੀ। ਅੱਛਾ ਜੀ। And each landing and takeoff charges up to 65,000 ਅੱਛਾ per landing. ਪਰ ਲੈਂਡਿੰਗ। So yeah. So ਇਸ ਕਰਕੇ we have to stick to the time. ਜੇ ਸਾਡਾ slot miss ਹੋ ਗਿਆ, ਹਾਂਜੀ we have to pay charges. ਅੱਛਾ। We have to get the flight on time, every time. ਤੇ ਜਦੋਂ ਤੁਸੀਂ ਬੋਰਡਿੰਗ ਲੌਜਿੰਗ ਵਗੈਰਾ ਇੱਥੇ ਕਰਦੇ ਹੋ, ਟਿਕਟਸ ਦਿੰਦੇ ਹੋ, ਜੀ ਕੋਈ ਵਾਕਿਆ ਆਪਣੇ ਇੰਡੀਅਨ ਯੂਥ ਜਦੋਂ ਆਉਂਦੇ ਆ, ਜਾਂ ਕੋਈ ਅਨਪੜ੍ਹ ਬੰਦਾ ਟੱਕਰਦਾ ਜਾਂ ਕੋਈ ਵਿਚਾਰਾ, ਤੇ ਤੁਹਾਡੇ ਨਾਲ ਕੋਈ ਇੰਟਰਸਟਿੰਗ ਵਾਕਿਆ ਜਿਹੜਾ ਕਿਸੇ ਨਾਲ ਵੀ, ਨਾਟ ਓਨਲੀ ਦਾ ਹਾਂਜੀ ਇੰਡੀਅਨਸ, ਜੀ ਕਿਸੇ ਨਾਲ ਵੀ ਵਾਪਰਿਆ, ਕੋਈ ਸੁਣਾਓਗੇ ਦਿਲਚਸਪ ਕਿੱਸਾ ਜਾਂ ਕੋਈ ਟ੍ਰੈਜਿਕ? tragic, well, we have so many situations ਕਿਤੇ ਕਿਤੇ ਕੋਈ ਮਿਲਦਾ ਕਿ ਉਹ ਇਨਸਾਨ ਨੂੰ ਪਤਾ ਨਹੀਂ ਹੁੰਦਾ ਕਿ what situation is, everybody's different. ਹਾਂਜੀ And at that time we have to use sensitivity. ਹਾਂ See, ਕਿਉਂਕਿ if it's an emotional situation, ਕੋਈ ਜਾ ਰਿਹਾ ਕਿਸੇ ਦੇ ashes ਵਿੱਚ ਜਾ ਰਿਹਾ, also you have to treat them with respect, explain to them ਕਿ we will guide them every aspect of their journey through the security, what they require, what paperwork, and if there's anything else they require, please, they have to ask us and we will guide them the best we can. We are sorry for their loss and us and second owners from us and the company. So in that sense, sensitivity is our duty of care for every customer. ਨਹੀਂ ਕੋਈ ਕਿੱਸਾ ਪਰਸਨਲ ਵਾਕਿਆ ਕੋਈ ਗੁਜ਼ਰਿਆ ਹੋਵੇ, ਕੋਈ ਗੱਲਬਾਤ ਕਿਸੇ ਨਾਲ ਹੋਈ ਹੋਵੇ ਜਿਹੜੀ ਇੰਟਰਸਟਿੰਗ ਹੈ ਜਾਂ ਦੁਖਦਾਈ ਹੈ, ਕੋਈ ਇਸ ਤਰੀਕੇ ਨਾਲ ਵਾਪਰੀ, ਕਿਸੇ ਨੂੰ ਉੱਥੇ ਮੋੜਤਾ ਹੋਵੇ, ਜਾਂ ਕੋਈ ਕਿਸੇ 'ਚ ਕੋਈ ਡਰੱਗਸ ਨਿਕਲੀਆਂ ਹੋਣੀਆਂ ਕਿ Well, ਸਾਡੀਆਂ ਫਲਾਈਟਾਂ mostly US ਜਾਂਦੀਆਂ, and sometimes what happens is ਕੋਈ ਆਸਟ੍ਰੇਲੀਆ ਜਾ ਰਿਹਾ ਤੇ ਉਹਨਾਂ ਦਾ ਵੀਜ਼ਾ ਸਿਰਫ ਆਸਟ੍ਰੇਲੀਆ ਦਾ, ਹਾਂਜੀ ਉਹਨਾਂ ਨੂੰ ਪਤਾ ਨਹੀਂ ਕਿ ਸਾਨੂੰ ਵੀਜ਼ਾ ਚਾਹੀਦਾ ਅਮਰੀਕਾ ਦਾ। ਹਾਂਜੀ So every flight that goes anywhere from the world through America has to have a visa, ਅੱਛਾ either electronic visa or a permanent visa. Without that, you won't enter. The flight, wherever, first ਤੁਸੀਂ ਦਿੱਲੀ ਤੋਂ ਜਾ ਰਹੇ ਹੋ ਹਾਂਜੀ and you're going to London, America, then Australia. ਜੀ Delhi has to check whether you have a visa to enter the UK now. And also, if you're going to Australia, if you're in transit, ਤੁਸੀਂ ਰੁਕਣਾ ਨਹੀਂ, ਸਿਰਫ ਜਾ ਰਹੇ ਹੋ, you still need a visa. Because ਤੁਸੀਂ ਚੈੱਕ ਇਨ ਕਰੋਗੇ, ਸਿਸਟਮ ਨੇ ਸ਼ੋ ਕਰ ਲੈਣਾ ਜੋ ਪਾਸਪੋਰਟ ਸਕੈਨ ਕੀਤਾ ਕਿ ਮੱਕਨ ਸਾਹਿਬ ਪਾਸ ਇਹ ਵੀਜ਼ਾ ਹੈ ਨਹੀਂ, ਫਿਰ ਸਾਨੂੰ ਪੁੱਛਣਾ ਪੈਂਦਾ, ਸਰ ਡੂ ਯੂ ਹੈਵ ਯੂਰ ਵੀਜ਼ਾ? ਓਕੇ, ਇਫ ਯੂ ਹੈਵਨਟ then you have to apply. ਉਹ ਮੌਕੇ ਤੇ ਵੀ ਅਪਲਾਈ ਹੋ ਜਾਂਦਾ? ਹਾਂਜੀ, it depends on category. ਹੁਣ ਜੇ ਤੁਸੀਂ ਯੂਰੋਪੀਅਨ ਪਾਸਪੋਰਟ ਆ ਤਾਂ within hour, 2 hours you'll get. Any foreign nationals, it may take longer. Or you have to go to the embassy to get that. ਦੁਨੀਆ 'ਚ ਸਭ ਤੋਂ ਜ਼ਿਆਦਾ ਵੈਲਿਊ ਕਿਹੜੇ ਪਾਸਪੋਰਟ ਦੀ ਆ? Value on that's a difficult one. Matranji. It's every country. Hamisha yes, this is the value, but European passports have the advantage because they operate a Schengen visa, which means you go through Europe. Unfortunately, UK Brexit ਤੋਂ ਬਾਅਦ ਬਾਹਰ ਆ ਗਏ। ਹਾਂਜੀ So basically ਜਿਵੇਂ
ਮੈਂ ਐਗਜ਼ਾਮਪਲ ਦੇਣਾ ਤੁਹਾਨੂੰ ਕਿ 7 ਭਰਾ ਹੋਣ ਤੇ ਇੱਕ ਨੇ ਅੱਡ ਹੋਣਾ ਹੋਵੇ, ਹਾਂਜੀ ਉਹ ਕਹਿਣਗੇ ਭਾਈ ਤੂੰ ਜਾ ਹੋ, ਤੁਸੀਂ ਅੱਡ ਹੋਣਾ ਕਰੋ, ਅਸੀਂ ਇਕੱਠੇ ਹਾਂ। ਹਾਂਜੀ ਤੇ ਹੁਣ ਹੋਇਆ ਕੀ, ਕਿਉਂਕਿ ਬ੍ਰੈਗਜ਼ਿਟ ਕਰਕੇ ਅਸੀਂ ਬਾਹਰ ਆ ਗਏ, ਸੋ ਈਵਨ ਵੀ ਨੀਡ ਅ ਵੀਜ਼ਾ ਟੂ ਐਂਟਰ ਯੂਰਪ। ਅੱਛਾ ਪਰ ਮੈਂ ਤੇ ਇਹ ਸੁਣਿਆ ਸੀ ਕਿ ਜਿਹਦੇ ਕੋਲ ਬ੍ਰਿਟਿਸ਼ ਦਾ ਪਾਸਪੋਰਟ ਹੈ ਦੁਨੀਆ ਦੇ ਕਿਸੇ ਦੇਸ਼ 'ਚ ਵੀ ਜਾ ਸਕਦਾ। ਨਹੀਂ ਜੀ, rules have changed every country. Even for America, we can get on online ESTA, which is done in 1 hour. It's not an issue, but we still need a visa. Because okay, you know, for the country, it's income. Even though it's $15 or £20, जो भी है, वो income होती है country ਨੂੰ। ਅੱਛਾ Before, Americans didn't need visa to enter UK. ਹਾਂਜੀ Now, from January the 5th, all Americans need a visa to enter the UK. ਔਰ ਟਰੰਪ ਸਾਹਿਬ ਨੇ ਰੂਲ ਚੇਂਜ ਕਰਤੇ ਹੁਣ। This is ਖੈਰ the way of the world. ਇਹਦਾ ਕੋਈ ਇੰਗਲੈਂਡ ਤੇ ਅਸਰ ਪਿਆ? ਅਸਰ ਪਿਆ, ਇੰਗਲੈਂਡ ਨੂੰ ਪ੍ਰੋਫਿਟ ਬਣ ਗਿਆ ਕਿਉਂਕਿ ਅੱਗੇ ਫ੍ਰੀ ਆਉਂਦੇ ਸੀ, ਹੁਣ ਉਹਨੂੰ ਚਾਰਜ ਕਰਦੇ ਆ। ਅੱਛਾ All American citizens have to pay visa fees to enter the UK. ਤੇ ਜਿਹੜੇ ਹੁਣ ਇੰਗਲੈਂਡ 'ਚ ਪੰਜਾਬੀ ਮੁੰਡੇ ਕੁੜੀਆਂ ਪੜ੍ਹਨ ਜਾਂਦੇ ਆ, ਹਾਂਜੀ, ਉਹਨਾਂ ਦੇ ਹਾਲਾਤਾਂ ਬਾਰੇ ਥੋੜਾ ਜਿਹਾ ਚਾਨਣਾ ਪਾਓਗੇ ਵੀ ਉਹ ਕਿਵੇਂ ਫੇਸ ਕਰ ਰਿਹਾ, ਕੀ ਉਹ ਵਧੀਆ ਜੀ ਰਿਹਾ, ਕੀ ਉਹ ਕਿਹੜੇ ਹਾਲਾਤਾਂ 'ਚ ਜਾ ਰਿਹਾ, ਜਾਂ ਉਹ ਸਟੱਡੀ ਵਾਕਿਆ ਹੀ ਕਰ ਰਿਹਾ, ਕੰਮ ਮਿਲ ਰਿਹਾ ਉਹਨਾਂ ਨੂੰ? ਮੈਂ ਜ਼ਿਆਦਾਤਰ ਇੰਗਲੈਂਡ ਦੇ ਸੁਣਿਆ ਕਿ ਇੰਡੀਅਨਸ ਲਈ ਹਾਲਾਤ ਚੰਗੇ ਨਹੀਂ ਹੈ। ਹਾਂਜੀ, there's two parts to this. First part is ਕਿਉਂਕਿ ਮੇਰੇ ਕਾਫੀ ਕਲੋਜ਼ ਦੋਸਤ ਮਿੱਤਰ ਇੱਥੇ ਰਹਿੰਦੇ ਆ ਚੰਡੀਗੜ੍ਹ ਵਿੱਚ, ਹਾਂਜੀ ਤੇ ਉਹਨਾਂ ਦੀਆਂ ਲੜਕੀਆਂ ਦੇ ਸਟੱਡਿੰਗ, ਦੇ ਡੂਇੰਗ ਪ੍ਰੀਟੀ ਵੈਲ, ਸੈਂਟਰਲ ਲੰਡਨ, ਕਿੰਗਸ ਕ੍ਰਾਸ, ਐਂਡ ਫॉर them it's fine because ਉਹਨਾਂ ਦਾ ਮੋਟਿਵ ਸੀ ਕਿ ਮੈਂ ਸਟੱਡੀ ਕਰਨ ਜਾਣਾ। ਹਾਂਜੀ The visa was issued on the study basis, so ਇਸ ਕਰਕੇ ਉਹ ਲੜਨ ਪਹੁੰਚਿਆ, ਬੱਚੀਆਂ ਸਟੱਡੀ ਕਰ ਰਹੀਆਂ, ਮਦਰ ਫਾਦਰ ਸਪੋਰਟ ਕਰ ਰਹੇ ਹੈ from ਚੰਡੀਗੜ੍ਹ, it's all well. That's part A. So when you go to part B, other people have gone with student visas, but ਉਹਨਾਂ ਦਾ intention ਕੋਈ ਨਹੀਂ ਸੀ study ਕਰਨਾ। ਹਾਂ This is where the problem is now happening. So ਹਾਲਾਤ ਇੰਨੇ ਖਰਾਬ ਹੋ ਗਏ ਆ ਕਿ it's got so bad. The UK government and all of Europe, visas being cancelled. ਅੱਛਾ ਜੀ ਉਹ ਇੰਟਰਵਿਊ ਕਰਦੇ ਆ ਕਿ ਕਿੰਨੀ ਵਾਰੀ ਬੰਦਾ ਸਟੱਡੀ ਕਰਨ ਗਿਆ ਕਾਲਜ ਯੂਨੀਵਰਸਿਟੀ, ਇੱਕ ਵਾਰੀ ਵੀ ਗਿਆ, no, the visa is automatically cancelled. So if your visa is cancelled, you have no way of working, you can't open a bank account. ਜੇ ਤੁਸੀਂ ਦੁਕਾਨ ਵਿੱਚ ਕੰਮ ਕਰੋਗੇ, ਦੁਕਾਨਦਾਰ ਨੂੰ £30,000 ਫਾਈਨ ਫਸਟ ਟਾਈਮ, ਸੈਕੰਡ ਟਾਈਮ 60,000. ਅੱਛਾ ਜੀ So no ਦੁਕਾਨਦਾਰ will give you any job. ਜੇ ਤੁਸੀਂ ਮਕਾਨ ਲੈਣਾ ਕਮਰੇ ਤੇ, ਉਹ ਵੀ under the table ਮਿਲੇਗਾ, officially you can't get. Landlord will get fined. ਅੰਡਰ ਦਾ ਟੇਬਲ ਅਜੇ ਵੀ ਉੱਥੇ ਹੁੰਦਾ? ਜਿਹੜੇ ਰਿਸਕ ਲੈ ਰਹੇ ਹੁੰਦਾ। ਸੋ ਹਾਲਾਤ ਇਨਫੈਕਟ ਖਰਾਬ ਤੋਂ ਖਰਾਬ ਆ। I would not advise anybody, ਜਿਹੜਾ ਇੰਨਾ ਸਿਚੁਏਸ਼ਨ ਬੈਡ ਆ। ਹਾਂ, ਉੱਥੇ ਯੰਗਸਟਰ ਟਿਕਟੋਕ ਤੇ ਦਿਖਾਉਂਦੇ ਆ ਕਿ ਜੀ ਹਾਂਜੀ ਮੈਂ ਮੇਰੀ ਗੱਡੀ ਆ, ਅਸੀਂ ਲਾਈਫ ਇੰਜੋਏ ਕਰ ਰਹੇ ਹਾਂ। ਨੋ, ਇਟਸ ਟੋਟਲ ਫਾਲਸ, ਫੁਕਰੀਆਂ ਗੱਲਾਂ ਨੇ। ਫੁਕਰੀਆਂ ਗੱਲਾਂ ਨੇ। ਅੱਛਾ ਜੀ ਮਖੜਾ ਸਾਹਿਬ ਮਾਫ ਕਰਨਾ, ਮੈਂ ਤੁਹਾਨੂੰ ਅਸਲੀ ਕਹਿ ਰਿਹਾ। ਦੇ ਸਰਵਾਈਵਿੰਗ ਔਨ ਗੁਰਦੁਆਰਾ ਐਂਡ ਮੰਦਿਰਸ। ਅੱਛਾ ਹਾਂਜੀ, ਸੁਬਾਹ ਉੱਥੇ ਰੋਟੀ ਖਾਣ ਜਾਂਦੇ ਆ, ਸ਼ਾਮ ਨੂੰ ਰੋਟੀ ਖਾਣ ਜਾਂਦੇ ਆ ਇੱਥੇ। ਹਾਂਜੀ ਮੈਟਰਸਿਸ ਪਏ ਆ ਸੜਕ ਤੇ। ਹਾਂਜੀ ਦੁਕਾਨਦਾਰ ਜੋ ਸਬਜ਼ੀ ਬਾਹਰ ਰੱਖਦੇ ਆ, ਹਾਂਜੀ ਸੁਬਾਹ ਸ਼ਾਮ ਨੂੰ ਅੰਦਰ ਕਰ ਦਿੰਦੇ ਆ, ਸ਼ਾਮ ਨੂੰ ਸ਼ਟਰਸ ਲਾ ਦਿੰਦੇ ਆ, ਉਹਨਾਂ ਜਗ੍ਹਾ ਉਹ ਵਿਚਾਰੇ ਮੈਟਰਸ ਲਿਆਉਂਦੇ ਆ। ਅੱਛਾ ਜੀ ਉੱਥੇ ਇਸ ਠੰਡੀ ਵਿੱਚ ਟੈਂਪਰੇਚਰ -1 ਸਮਟਾਈਮਸ, ਸਾਡੇ ਗੱਡੀਆਂ ਤੇ ਬਰਫ਼ ਜੰਮੀ ਹੁੰਦੀ ਹੈ, ਐਂਡ ਦੇ ਸਲੀਪਿੰਗ ਔਨ ਦ ਸਟਰੀਟਸ। ਅੱਛਾ ਜੀ ਹਾਲਾਤ ਬਹੁਤ ਖਰਾਬ ਹੋ ਗਏ ਆ। ਇਹ ਤਾਂ ਹੁਣ ਜਿਵੇਂ ਕਹਿੰਦੇ ਇਟਸ ਟੋਟਲੀ ਆਊਟ ਆਫ ਕੰਟਰੋਲ, ਕਿਉਂਕਿ ਜਿਹੜੇ ਵਕੀਲ ਆ ਉਹਨਾਂ ਨੂੰ ਗਲਤ ਐਡਵਾਈਸ ਦੇ ਰਹੇ ਆ। ਅੱਛਾ ਸੋ ਅਸੀਂ ਇਨਸਾਨ ਆ, ਜੋ ਸਾਨੂੰ ਚੰਗਾ ਲੱਗਦਾ ਸੀ ਉਹ ਸੁਣਨਾ। ਉਹ ਇੱਕ ਵਕੀਲ ਕੋਲ ਜਾਂਦੇ ਆ, ਇੱਕ ਮੇਰਾ ਖਾਸ ਦੋਸਤ ਆ, ਮੇਰਾ ਭਰਾ ਵੀ ਆ, ਹਾਂਜੀ ਮੈਂ ਨਾਂ ਨਹੀਂ ਲਵਾਂਗਾ ਫॉर ऑब्वियस। ਹਾਂਜੀ, ਬਟ ਮੇਰੀ ਗੱਲ ਵੀ ਤੁਹਾਡੇ ਨਾਲ ਹੋਈ ਸੀ, ਐਂਡ ਹੀ ਇਜ਼ ਅ ਵੰਡਰਫੁਲ ਗਾਏ, ਹੀ ਇਜ਼ ਐਸਟੈਬਲਿਸ਼ਡ ਸੋਲਿਸਿਟਰ, ਉਹਨਾਂ ਦਾ ਆਫਿਸ ਹੈ ਜਲੰਧਰ, ਇਨ ਲੰਡਨ ਐਂਡ ਇਨ ਬਰਮਿੰਗਮ। ਸੋ ਦੇ ਵਿਲ ਗੋ ਟੂ ਹਿਮ ਫॉर ਐਡਵਾਈਸ, ਕਹਿਣਗੇ ਭਾਜੀ ਸਾਡਾ ਆਹ ਕੰਮ ਹੋਣਾ, ਕਰ ਦਿਓ। ਉਹਨੇ ਕਹਿਣਾ ਨਹੀਂ ਜੀ ਹੋਣਾ ਨਹੀਂਗਾ, ਇਟਸ ਨਾਟ ਗੋਇੰ ਟੂ ਹੈਪਨ। ਸੋ ਉਹ ਕਹਿੰਦੇ ਨਹੀਂ ਜੀ, ਉਹ ਕਹਿੰਦੇ ਹੋ ਜਾਊਗਾ, ਉਹ ਕਹਿੰਦੇ ਭਾਈ ਜੀ ਫਿਰ ਉਹਨਾਂ ਕੋਲ ਚਲੇ ਜਾਓ। ਹਾਂ ਸੋ solicitors, ਇੱਕ ਕਿਸਮ ਦੀ, ਵਾਟਸ ਅ ਵਰਡ ਆਈ ਕੈਨ ਯੂਜ਼, ਹਿਊਮਨ ਨੇਚਰ ਆ,
ਉਹ ਕਹਿੰਦਾ ਮੈਂ ਕਰ ਦਾਂਗਾ, ਉਹ ਕਹਿੰਦੇ ਹਾਂਜੀ ਹੋ ਜੂ, ਕਿੰਨੇ ਪੈਸੇ ਲੱਗਣਗੇ, ਐਨ ਲੱਗਣਗੇ, ਬਟ ਦੇयर इज नो ਚਾਂਸ। ਉਹ ਐਡਵਾਈਸ ਦੇ ਰਿਹਾ, ਗਲਤ ਦੇ ਰਿਹਾ। ਐਸ ਸਿਸਟਮ ਵੀ ਕਹਿ ਰਿਹਾ ਕਿ ਦੇਖੋ ਤੁਹਾਡਾ ਕੋਈ ਚਾਂਸ ਨਹੀਂ, ਜਿੰਨੇ ਤੁਸੀਂ ਪੈਸੇ ਬਣਾਏ ਆ, ਛੋਟਾ ਬਿਜ਼ਨਸ ਖੋਲੋ, ਗੋ ਬੈਕ, ਹਾਂਜੀ ਠੀਕ ਹੈ। ਪਰ ਦੂਸਰੇ ਕਹਿ ਰਹੇ ਨਹੀਂ ਜੀ, ਉਹ ਇੱਕ ਕਿਸਮ ਨਿਚੋੜ ਰਹੇ ਆ, ਪੰਜਾਬੀ ਦੀ ਕਹਾਵਤ, ਹਾਰਡ ਵਰਕ ਕਰਕੇ ਤੁਸੀਂ ਦੇ ਰਹੇ ਹੋ ਤੁਹਾਡਾ ਮੁੱਢਲੀ ਗੱਲ ਹੈ ਕਿ ਦੁਨੀਆ ਹੁਣ ਪੈਸੇ ਦੀ ਆ। ਬਿਲਕੁਲ ਪਤਾ ਤੇ ਇੰਗਲੈਂਡ ਦੀ ਗਵਰਨਮੈਂਟ ਨੂੰ ਵੀ ਆ ਵੀ ਇੱਥੇ ਪੜ੍ਹਨ ਨਹੀਂ ਆਉਂਦੇ, ਹਾਂ, ਬਿਲਕੁਲ ਤੇ ਉਹ ਇਹਨਾਂ ਨੂੰ ਵੀ ਪਤਾ ਵੀ ਅਸੀਂ ਪੜ੍ਹਨ ਨਹੀਂ ਜਾਣਾ, ਅਸੀਂ ਪੈਸੇ ਕਮਾਉਣ ਜਾਣਾ। ਹਾਂਜੀ ਬਿਲਕੁਲ। ਤਾਂ ਦੇ ਕੋਲ ਮਾਈਗ੍ਰੇਟ ਵਰਕਰਸ ਕੈਟੇਗਰੀ 'ਚ ਆ ਜਾਂਦੇ। ਅੱਛਾ ਜੀ। ਸੋ ਐਂਡ ਉਹ ਦੈਟਸ ਵਾਟ ਦੇ ਗੋਇੰਗ ਟੂ ਕੰਮ ਕਰਨਗੇ ਵਿਚਾਰੇ। ਹੁਣ ਇੱਥੇ 6 ਖਾਣ ਵਾਲੇ ਆ, ਇੱਕ ਕਮਾਉਣ ਵਾਲਾ, ਹਾਂ ਐਂਡ ਥਿੰਗਸ ਆਰ ਸੋ ਬੈਡ, ਉੱਥੇ ਸੁਇਸਾਈਡ ਵੀ ਸ਼ੁਰੂ ਹੋ ਗਏ ਆ, ਅੱਛਾ ਸੁਇਸਾਈਡ ਸ਼ੁਰੂ ਹੋ ਗਏ ਆ। ਇਟਸ ਐਟ ਬ੍ਰੇਕਿੰਗ ਪੁਆਇੰਟ। ਤੇ ਹੁਣ ਈਚ ਗਵਰਨਮੈਂਟ ਜਦੋਂ ਦਾ ਟਰੰਪ ਆਇਆ, ਹਾਂਜੀ ਜਰਮਨੀ ਹੈਜ਼ ਅ ਰਾਈਟ ਵਿੰਗ ਗਵਰਨਮੈਂਟ ਨਾਓ, ਐਕਸਟ੍ਰੀਮ ਰਾਈਟ ਕੰਜ਼ਰਵੇਟਿਵ। ਅੱਛਾ ਜੀ। ਉਹਨਾਂ ਨੇ ਵੀ ਸੇਮ ਡਿਸਾਈਡ ਕਰ ਲਿਆ, ਫਰਾਂਸ ਨੇ ਵੀ ਡਿਸਾਈਡ ਕਰ ਲਿਆ, ਸਪੇਨ ਨੇ ਵੀ ਡਿਸਾਈਡ ਕਰ ਲਿਆ, ਯੂਰਪ। ਸੋ ਇਟਸ ਲਾਈਕ ਅ ਬਲੈਂਕੇਟ ਕਵਰ ਫॉर ਐਵਰੀਬਡੀ। ਹੁਣ ਜਿਹੜੇ ਚੰਗੇ ਆ ਉਹ ਵੀ ਵਿੱਚ ਮਾਰੇ ਗਏ, ਅੱਛਾ ਠੀਕ ਹੈ। ਸੋ ਹੁਣ ਉਹ ਇੱਕ ਇੱਕ ਦਾ ਚੈੱਕ ਕਰ ਰਹੇ ਆ। ਉਹ ਫਰਜ਼ ਕਰੋ ਇਹ ਸਲਿਸਟ ਕੋ ਜਾਂਦੇ ਆ ਕਿ ਜੀ ਸਾਨੂੰ ਅਪਲਾਈ ਕਰ ਦਿਓ ਫॉर ਸਟੇ ਐਂਡ ਐਵਰੀਥਿੰਗ ਐਲਸ। ਉਹ ਵਕੀਲ ਕੁਛ ਕਰਦੇ, ਦੇ ਨੋ ਵਾਟ ਦ ਸਿਚੁਏਸ਼ਨ ਇਜ਼। ਉਹ ਕਹਿੰਦੇ ਠੀਕ ਆ, ਤੁਸੀਂ ਅੰਡਰਗਰਾਊਂਡ ਰਹਿ ਰਹੇ ਆ, ਹਾਂਜੀ ਸਾਹਿਬ ਕਿਸੇ ਨੇ ਪਤਾ ਰਹਿ ਰਹੇ ਹੋ। ਹੁਣ ਜਿਹੜਾ ਆਹ ਸਿਸਟਮ ਕਹਿੰਦਾ ਦੇਖੋ ਤੁਸੀਂ ਅੰਡਰਗਰਾਊਂਡ, ਤੁਹਾਨੂੰ 10 ਸਾਲ ਹੋ ਗਏ ਰਹਿੰਦੇ ਨੇ ਇੱਥੇ, ਹਾਂਜੀ ਠੀਕ ਹੈ ਅੰਡਰਗਰਾਊਂਡ ਰਹੋ, ਕਿਸੇ ਨੇ ਪਤਾ ਹੈਗੇ ਆ। ਉਹ ਦੂਸਰੇ ਕੋਲ ਜਾਂਦੇ ਆ, ਉਹ ਕਹਿੰਦੇ ਹਾਂਜੀ ਅਸੀਂ ਪੱਕੇ ਕਰਾ ਦਾਂਗੇ। ਪੱਕੇ ਕਰਾ ਦੋਗੇ, ਹਾਂਜੀ ਕਿੰਨੇ ਪੈਸੇ, ਇੰਨੇ ਪੈਸੇ ਆ ਜੀ, ਲੈ ਲਓ, ਪੱਕੇ ਹੋ ਜਾਣਗੇ, ਹੋ ਜਾਣਗੇ। ਉਹਨਾਂ ਫਾਈਲ ਬਣਾਉਂਦੇ ਆ, ਉਹੀ ਫਾਈਲ ਫੋਮ ਆਫਿਸ ਨੂੰ ਜਾਂਦਾ, ਇਮੀਗ੍ਰੇਸ਼ਨ ਡਿਪਾਰਟਮੈਂਟ। ਹੁਣ ਇਮੀਗ੍ਰੇਸ਼ਨ ਨੂੰ ਪਤਾ ਕਿ ਹਾਂਜੀ ਮਖਣਾ ਸਾਹਿਬ ਇੱਥੇ ਰਹਿੰਦੇ ਆ, ਪਹਿਲਾਂ ਮਖਣਾ ਸਾਹਿਬ ਪੋਜ਼ ਆਫ ਦ ਰੇਡਾਰ ਅੰਡਰਗਰਾਊਂਡ। ਹਾਂਜੀ ਉਹਨਾਂ ਪੈਸੇ ਦਿੱਤੇ ਵਕੀਲ ਨੂੰ, ਉਹ ਆ ਜਾਂਦੇ ਭਾਈ ਲੈਟਸ ਗੋ। 40 ਮਿਲੀਅਨ ਗਵਰਨਮੈਂਟ ਨੇ ਸੈਟ ਅਸਾਈਡ ਕੀਤਾ ਇਮੀਗ੍ਰੇਸ਼ਨ ਟਾਸਕ ਫੋਰਸ ਸਪੈਸ਼ਲੀ ਫॉर ਦਿਸ ਡਿਪਾਰਟਮੈਂਟ ਟੂ ਛਾਪੇ ਮਾਰ। ਅੱਛਾ ਪੰਜਾਬੀ ਜਿਵੇਂ ਕਹਿੰਦੇ ਛਾਪੇ ਮਾਰਦੇ ਆ, ਡੇਲੀ ਛਾਪੇ ਮਾਰਦੇ ਆ, ਐਂਡ ਦੇ ਡਿਪੋਰਟਿੰਗ ਐਵਰੀਬਡੀ। ਡਿਪੋਰਟ ਕਰਦੇ ਆ ਵੀ ਔਨ ਹਿਊਮੈਨਿਟੇਰੀਅਨ ਗਰਾਊਂਡ, ਨਾਟ ਲਾਈਕ ਅਮਰੀਕਾ ਕਿ ਉਹਨਾਂ ਦੇ ਸੰਗਲ ਬੰਨ ਕੇ ਦੇਖਿਆ ਹੋਣਾ। ਹਾਂਜੀ ਇਟਸ ਰੀਅਲੀ ਬੈਡ। ਸੋ ਕੰਟਰੀ ਸਾਡੇ ਛੋਟਾ ਜਿਹਾ ਮੁਲਕ ਆ ਯਾਰ, ਐਡਾ ਨਿੱਕਾ ਜਿਹਾ ਆਈਲੈਂਡ ਆ। ਹਾਂਜੀ ਸੋ ਜਦੋਂ ਕਹਿੰਦੇ ਕਿ ਜੀ ਸਾਨੂੰ ਪੋਲੀਟੀਕਲ ਅਸਾਈਲਮ ਚਾਹੁੰਦੇ ਆ, ਰਾਈਟ, ਫਰਸਟ ਕੁਐਸਚਨ ਪੁੱਛਦੇ ਆ UK ਬੋਰਡਰ ਫੋਰਸ ਕਿ ਵਾਈ ਆਰ ਯੂ ਹੇਅਰ, ਜੀ ਮੇਰੀ ਜਾਨ ਖਤਰੇ 'ਚ ਆ, ਮੈਂ ਪੋਲੀਟੀਕਲ ਅਸਾਈਲਮ 'ਤੇ ਆਇਆ। ਉਹ ਕਹਿੰਦੇ ਠੀਕ ਆ, ਤੁਸੀਂ ਉੱਥੋਂ ਇੰਡੀਆ ਲੀਵ ਕਰਕੇ ਸਪੇਨ ਆ ਗਏ, ਅੱਛਾ ਜੀ। ਠੀਕ ਆ। ਸਪੇਨ ਕੋ ਨਹੀਂ ਰੁਕੇ, ਉੱਥੇ ਤੁਹਾਨੂੰ ਖਤਰਾ ਨਹੀਂ ਸੀ ਨਾ। ਆਹ, ਫਿਰ ਜਰਮਨੀ ਆ ਗਏ, ਫਿਰ ਪੋਰਚੁਗਲ ਆ ਗਏ, ਫਿਰ ਫਰਾਂਸ ਆ ਗਏ। 4 ਮੁਲਕ ਤੁਸੀਂ, ਚਾਰਾਂ ਮੁਲਕ ਤੁਹਾਨੂੰ ਖਤਰਾ ਨਹੀਂ ਸੀ, ਪਰ ਤੁਸੀਂ UK ਆਏ ਹੋ ਬਿਕੋਜ਼ UK ਇਹਨਾਂ ਦੀ ਗੋਰਿਆਂ ਦੀ ਅੰਗਰੇਜ਼ੀ ਦੀ ਇੱਕ ਸਿਫਤ ਆ ਕਿ ਦੇ ਵੈਲਕਮ ਐਵਰੀਬਡੀ ਨੋ ਮੈਟਰ ਵਾਟ। ਤੇ ਜਿੰਨਾ ਚਿਰ ਉਹਨਾਂ ਦਾ ਸਾਇਲਨ ਦਾ ਇਨਕੁਆਇਰੀ ਨਹੀਂ ਹੁੰਦੀ, ਦੇ ਵੋਂਟ ਟਰਨ ਯੂ ਬੈਕ। ਸੋ ਐਸ ਸੂਨ ਐਸ ਦੇ ਕਮ, ਉਹਨਾਂ ਦਾ ਸਵਾਗਤ ਕਰਦੇ ਆ। ਅੱਜ ਵੀ ਹਾਂਜੀ ਵੋਟਾਂ 'ਚ ਆਉਂਦੇ ਆ, ਸਿਰਫ ਆਪਣੇ ਇੰਡੀਅਨ ਨਹੀਂ, ਸੋਮਾਲੀਆ ਤੋਂ, ਇਜਿਪਟ ਤੋਂ, ਸੀਰੀਆ ਤੋਂ, ਸਾਰੇ ਪਾਸੇ। ਆਪਾਂ ਤਾਂ ਸਿਰਫ 2% ਆ। ਮੈਂ ਵੀ ਸੁਣਿਆ ਕਿ ਉਹਨਾਂ ਦੀ ਆਉਂਦੇ ਆ ਉਹ ਸੇਵਾ ਵੀ ਕਰਦੇ, ਮਤਲਬ ਉਹ ਕਹਿੰਦੇ ਫਲ ਫਰੂਟ ਦੇ ਯਾਰ। ਜੀ ਆਇਆਂ ਨੂੰ, ਪਹਿਲਾਂ ਉਹਨੂੰ ਪ੍ਰੋਟੈਕਟਿਵ ਦਿੰਦੇ ਆ, ਫੋਇਲ ਠੰਡ ਨਾ ਲੱਗੇ, ਬੱਚਿਆਂ ਦਾ ਮੈਡੀਕਲ ਹੁੰਦਾ, ਉਹਦੀ ਰਜਿਸਟ੍ਰੇਸ਼ਨ ਹੁੰਦੀ ਆ, ਫਿਰ ਅੰਟਿਲ ਦ ਕੇਸ ਇਜ਼ ਫਾਈਲਡ ਉਹਨਾਂ ਨੂੰ ਅਕੋਮੋਡੇਸ਼ਨ ਦੇਣਾ ਪੈਂਦਾ। ਅੱਛਾ ਸੋ ਵੈਦਰ ਇਜ਼ 2 ਸਟਾਰ 3 ਸਟਾਰ 4 ਸਟਾਰ 5 ਸਟਾਰ ਹੋਟਲ, ਇਟ ਡਜ਼ਨਟ ਮੈਟਰ, ਬ੍ਰੇਕਫਾਸਟ ਡਿਨਰ ਲੰਚ ਦੇਣਾ ਪੈਂਦਾ। ਹੁਣ ਪ੍ਰੋਬਲਮ ਕੀ ਆ, ਹੂ ਪੇਜ਼ ਫॉर ਦੈਟ। ਜਿਹੜੇ ਕੰਮ ਕਰਦੇ UK 'ਚ ਅਸੀਂ ਟੈਕਸ ਕੱਟਦੇ ਆ, ਉਹ they have to pay। ਸੋ ਇਸ ਕਰਕੇ ਚੀਜ਼ ਬ੍ਰੇਕਿੰਗ ਪੁਆਇੰਟ 'ਤੇ ਆ ਗਈ ਆ। ਹੁਣ UK ਵੀ ਐਕਸਟ੍ਰੀਮ ਰਾਈਟ ਵਿੰਗ ਜਾ ਰਿਹਾ। ਉਹ ਕਹਿੰਦੇ ਅਸੀਂ 24 ਘੰਟੇ ਕੰਮ ਕਰਦੇ ਹਾਂ, we are paying for them, ਸਾਡੇ ਆਪਣੇ ਬੱਚੇ ਆ, ਹਾਂ ਯੂ ਸੀ। ਪਰ ਟੋਲਰੈਂਟ ਤਾਂ ਸੀਗੇ, ਬਟ ਇਟਸ ਐਟ ਬ੍ਰੇਕਿੰਗ ਪੁਆਇੰਟ। ਇੱਕ ਕਿਸਮ ਦਾ ਬ੍ਰੇਕਿੰਗ ਪੁਆਇੰਟ ਆ ਗਿਆ, ਸਿਰਫ UK 'ਚ ਨਹੀਂ, ਵਰਲਡ ਵਾਈਡ, ਅਮਰੀਕਾ ਤੋਂ ਲੈ ਕੇ ਆਲ ਆਫ ਯੂਰਪ। ਮੈਨੂੰ ਇਹ ਦੱਸੋ ਕਿ ਕਿੰਗ ਦਾ ਬ੍ਰਿਟਿਸ਼ ਦੇ ਵਿੱਚ ਹੁਣ ਕੀ ਰੋਲ ਹੈ, ਉਹਦੇ ਆਸ-ਪਾਸ ਕੁਝ ਹੈ ਕਿ ਨਹੀਂ? ਨਹੀਂ, ਕਿੰਗ ਹਮੇਸ਼ਾ ਹਰ ਮੈਜੈਸਟੀ ਦ ਕੁਈਨ ਐਲਿਜ਼ਾਬੈਥ II, ਹਾਂਜੀ ਸ਼ੀ ਵਾਸ ਦ ਕੁਈਨ, ਐਂਡ ਜਿਹੜੀ ਹੈਗੀ ਆ ਮੋਨਕੀ, ਦੇ ਨੈਵਰ ਇੰਟਰਫੇਅਰ ਇਨ ਦ ਪੋਲਿਟਿਕਸ ਆਫ ਦ ਕੰਟਰੀ, ਨੈਵਰ। ਅੱਛਾ ਜੀ। ਸਿਰਫ ਉਹ ਸਿੰਬਲ ਆ ਯੂਨਾਈਟਿਡ ਕਿੰਗਡਮ ਦਾ,
but the king or the queen, they have never, they accept ਜੋ ਉਹਨਾਂ ਦੀ ਜਨਤਾ what their decision is, ਜੋ ਵੋਟਾਂ ਪੈਂਦੀਆਂ ਹਾਂਜੀ ਪ੍ਰਾਈਮ ਮਿਨਿਸਟਰ ਚੇਂਜ ਹੁੰਦੇ ਆ, they accept ਕਿ ਸਾਡੀ ਜਨਤਾ ਨੇ ਐਵੇਂ ਚੁਣਿਆ, if you're happy we're happy. ਤੇ ਪ੍ਰਾਈਮ ਮਿਨਿਸਟਰ ਨੂੰ ਕਿੰਗ ਦੀ ਇੱਜ਼ਤ ਕਰਨੀ ਪੈਂਦੀ, ਮਤਲਬ ਅਫੀਸ਼ੀਅਲੀ ਤਾਂ ਕਰਨੀ ਹੈ। ਨਹੀਂ, of course they have to, they respect them. ਇਹ monarchy ਚੱਲਦੀ ਆਈ for hundreds of years. ਯੂ ਮੀਨ ਪ੍ਰੈਜ਼ੀਡੈਂਟ ਆਫ ਇੰਡੀਆ ਉਸ ਤਰੀਕੇ ਨਾਲ? ਨਹੀਂ, actually it's slightly different. It's monarchy ਉਹਨੂੰ ਕਹਿੰਦੇ ਆ, it's the royal family. ਅੱਛਾ So ਉਹਨਾਂ ਦਾ ਕੋਈ ਤਾਲੁਕ ਨਹੀਂ in politics. ਅੱਛਾ ਜੀ They don't differ between, ਉਹ ਜਨਤਾ ਡਿਸਾਈਡ ਕਰਦੀ ਹੈ। ਹਾਂ Royal family is a symbol of the United Kingdom and royal family is the monarchy. So ਜੋ ਜਨਤਾ ਡਿਸਾਈਡ ਕਰਦੀ ਹੈ ਵੋਟਿੰਗ ਵਿੱਚ ਕਿਹੜਾ ਪ੍ਰਾਈਮ ਮਿਨਿਸਟਰ ਆਇਆ, ਕਿਹੜੀ ਪਾਰਟੀ ਆਈ, they accept it and that's it. ਨਹੀਂ ਜਿਹੜਾ ਹੁਣ ਕਿੰਗ ਦਾ ਖਰਚਾ ਹੈ, ਕਿੰਗ ਦਾ ਰਹਿਣ ਸਹਿਣ, ਉਹ ਅਜੇ ਵੀ ਲੈਵਿਸ਼ਲੀ ਕਿੰਗਾਂ ਵਾਂਗ ਹੀ ਰਹਿੰਦੇ? ਉਹਨਾਂ ਦਾ ਸਟੇਟਸ ਜੋ ਹੈ ਉਹ ਤਾਂ ਹੈ because it's the royal family. ਹਾਂ So partly they fund themselves. ਅੱਛਾ ਠੀਕ ਹੈ, because ਹੁਣ ਫਰਜ਼ ਕਰੋ ਹੁਣ ਨੈਕਸਟ ਜਨਰੇਸ਼ਨ ਆ ਗਈ, so there's not many monarchists ਜਿਹੜੇ ਫੋਲੋ ਕਰਦੇ ਰੋਇਲ ਫੈਮਿਲੀ ਨੂੰ, ਮਤਲਬ 3rd 4th 5th ਜਨਰੇਸ਼ਨ ਹਾਂ। ਉਹ ਸਲੋ ਹੋ ਰਿਹਾ। ਸੋ ਕੁਈਨ ਐਲਿਜ਼abeth II ਉਹਨਾਂ ਨੇ ਡਿਸਾਈਡ ਕੀਤਾ ਕਿ ਮੈਂ ਇਹਨਾਂ 'ਤੇ ਰਿਲਾਈ ਨਹੀਂ ਕਰਨਾ, ਵੀ ਹੈਵ ਟੂ ਬੀ ਸੈਲਫ ਸਫੀਸ਼ੀਐਂਟ। ਅੱਛਾ ਜੀ ਸੋ ਉਹਨਾਂ ਨੇ ਕੀ ਕੀਤਾ, ਬਕਿੰਗਮ ਪੈਲੇਸ ਦੇ ਓਪਨਡ ਅਪ ਹਾਫ ਅੱਛਾ ਜੀ ਐਜ਼ ਅ ਵਿਜ਼ਿਟਿੰਗ ਟੂਰਿਸਟ ਅਟਰੈਕਸ਼ਨ। ਸੋ ਅੱਛਾ। ਲੋਕੀ ਹੁਣ ਟੂਰਿਸਟ ਜਾਂਦੇ ਆ, ਟਿਕਟ ਲੈਂਦੇ ਆ, ਐਂਡ ਦੈਟਸ ਦ ਇਨਕਮ ਦੈਟ ਕੀਪਸ ਥਿੰਗਸ ਰੋਲਿੰਗ। ਜੀ। ਤੇ ਇੱਕ ਮੈਨੂੰ ਦੱਸੋ ਕਿ ਜਿਹੜਾ ਵਰਲਡ ਜਿੱਤਿਆ ਸੀ, ਮਤਲਬ 227 ਦੇਸ਼ਾਂ ਤੇ ਰਾਜ ਕੀਤਾ ਇਹਨਾਂ ਨੇ, ਜੀ ਉਹ ਰਾਜ 'ਚੋਂ ਜਿਹੜਾ ਪੈਸਾ ਕਮਾਇਆ ਜਾਂ ਉੱਥੇ ਉਹ ਕੀਤਾ ਵਾ, ਉਹ ਇੰਗਲੈਂਡ ਗਵਰਨਮੈਂਟ ਨੂੰ ਜਾ ਰਿਹਾ ਕਿ ਇਹਨਾਂ ਕੋਲ ਜਾਂਦਾ ਕਿੰਗ ਕੋਲ? ਤੁਹਾਡਾ ਕਹਿਣ ਦਾ ਮਤਲਬ ਜੋ ਉਹ ਮਿਊਜ਼ੀਅਮ 'ਚ ਰੱਖੇ ਹੋਏ ਸਮਾਨ ਉਹ ਨਹੀਂ ਇੱਕ ਪਰਸਨਲੀ ਵੀ ਹੋਊਗਾ ਮਿਊਜ਼ੀਅਮ ਵੀ, ਚਲੋ ਮੈਂ ਪੁੱਛਦਾ ਕਿ ਮਿਊਜ਼ੀਅਮ ਇਹ ਕਿੰਗ ਦੀ ਜਾਇਦਾਦ ਹੈ ਜਾਂ ਬ੍ਰਿਟਿਸ਼ ਗਵਰਨਮੈਂਟ ਦੀ? it's under the British government because it ਜਿਹੜੀ ਇਨਕਮ ਉਹਦੀ ਆਉਂਦੀ ਆ, it goes through the tourist board of the United Kingdom. The royal family has nothing to do with that. ਅੱਛਾ ਜੀ, ਮਤਲਬ ਰਾਜੇ ਦਾ ਮਤਲਬ ਹਵਾ 'ਚ ਰਾਜ ਹੈ। ਹਾਂਜੀ ਬਿਲਕੁਲ। ਉਸ ਟਾਈਮ ਵਿੱਚ ਹੋਰ ਗੱਲ ਸੀ, ਹੁਣ ਜਿਉਂ-ਜਿਉਂ ਜਨਰੇਸ਼ਨ ਚੇਂਜ ਹੁੰਦੇ ਰਹੇ, ਹਾਂਜੀ ਹੁਣ monarchy is there as a symbol, ਪਰ ਉਹਨਾਂ ਦਾ ਕੋਈ ਬਿਕੋਜ਼ ਹੱਕ ਹਰੇਕ ਨੂੰ ਸੇਮ ਆ। ਹੁਣ ਜਦੋਂ ਫਰਜ਼ ਕਰੋ ਇੱਥੇ ਅੱਗ ਲੱਗੀ ਸੀ ਵਿੰਡਜ਼ਰ ਕਾਸਲ ਵਿੱਚ, ਹਾਂਜੀ ਤੇ ਪਬਲਿਕ ਨੇ ਕਿਹਾ ਕਿ ਅਸੀਂ ਨਹੀਂ ਪੈਸੇ ਦੇਣੇ ਰਿਪੇਅਰ ਵਾਸਤੇ, ਹਾਂਜੀ ਠੀਕ ਹੈ, ਵੀ ਆਰ ਨਾਟ ਗਿਵਿੰਗ। ਹਾਂ 100 ਸਾਲ ਪਹਿਲਾਂ ਅਲਿੰਗੈਂਸ ਨਹੀਂ ਜੀ, ਵੀ ਆਰ ਡੂਇੰਗ ਹਾਂ। ਸਾਡੀ ਕੁਈਨ ਆ, ਪਰ ਕੁਈਨ ਨੇ ਆਪ ਕਿਹਾ ਪਰ ਮੈਂ ਇੱਕ ਪੈਨੀ ਨਹੀਂ ਕਿਸੇ ਕੋਲੋਂ ਵੀ ਜੋ ਹੋ ਗਿਆ ਸੋ ਹੋ ਗਿਆ। ਸੋ ਨਾ ਉਹਨਾਂ ਨੇ ਕੀ ਤਰੀਕਾ ਬਦਲਿਆ ਕਿ ਵਿੰਡਜ਼ਰ ਕਾਸਲ ਵੀ ਖੋਲਤਾ ਸੀ, ਇਟਸ ਓਪਨ ਟੂਡੇ। ਅੱਛਾ ਜੀ ਸੋ ਟੂਰਿਸਟ ਆਉਂਦੇ ਆ, ਦੇ ਵਿਜ਼ਿਟ, ਐਂਡ ਜੋ ਵਿਜ਼ਿਟ ਦੇ ਤੌਰ 'ਤੇ ਜੋ ਇਨਕਮ ਆਈ ਉਹਦੇ ਹਿਸਾਬ ਨਾਲ ਫਿਰ ਉਹ ਸਾਰਾ ਰਿਪੇਅਰ ਹੋਇਆ ਸੀ। ਅੱਛਾ ਰੂਲਸ ਅਸੂਲ ਦੀ ਗੱਲ ਕਰੀਏ ਜੀ ਤੇ ਚੰਗੀਆਂ ਚੀਜ਼ਾਂ ਇੰਗਲੈਂਡ ਦੀਆਂ ਇੰਡੀਆ ਨਾਲ ਜੇ ਆਪਾਂ ਕੰਪੇਅਰ ਕਰੀਏ, ਦੇਸ਼ ਕੋਈ ਵੀ ਮਾੜਾ ਨਹੀਂ ਹੁੰਦਾ, ਹਾਂਜੀ ਬਿਲਕੁਲ। ਤੇ ਉਹਦੇ ਮੁਤਾਬਕ ਦੱਸੋਗੇ ਵੀ ਆਹ ਇੰਡੀਆ 'ਚ ਵਧੀਆ, ਉੱਥੇ ਵਧੀਆ ਜਾਂ ਇੱਥੇ, ਇਸ ਤਰੀਕਾ ਦੇ ਕੋਈ ਕੰਪੈਰੀਜ਼ਨ? ਕੰਪੈਰੀਜ਼ਨ ਇੱਥੇ ਸਕੂਨ ਬਹੁਤ ਆ, ਸਟ੍ਰੈਸ ਹੈ, ਮਗਰ ਜਿਹੜੀ ਉਹ ਸਟ੍ਰੈਸ ਲੈਵਲ 'ਤੇ ਆ ਇਟਸ ਫਾਰ ਡਿਫਰੈਂਟ। ਇਸ ਕਰਕੇ ਜੋ ਵੀ ਉੱਥੇ ਯੂਕੇ 'ਚ ਰਹਿੰਦੇ ਆ, ਦੇ ਕਮ ਹੇਅਰ ਅੱਛਾ de-stress themselves. ਅੱਛਾ ਉੱਥੇ ਕਹਾਵਤ ਹੈ ਕਿ ਇਸ ਇੱਕ ਮਿੱਠੀ ਜੇਲ੍ਹ ਹੈ, ਸਾਰਾ ਕੁਛ ਪਰ ਕੰਮ ਕਰਨਾ ਪੈਂਦਾ। ਡਿਊਟੀ ਇਜ਼ ਪੈਰਾਮਾਊਂਟ, ਇਜ਼ ਨੰਬਰ 1। ਪਰ ਇਹ ਕਿਉਂ ਸਾਰੇ ਇੰਗਲੈਂਡ ਜਾਂ ਸਾਰੇ ਜਿੰਨੇ ਫੋਰਨਰਸ ਆ ਮੁੰਡੇ ਆ, ਜਿੰਨੇ ਵੀ ਬੰਦੇ ਇੱਥੋਂ ਜਾਂਦੇ ਆ, ਉਹ ਕੰਮ ਨੂੰ ਇੰਨਾ ਭਾਰੀ ਕਿਉਂ ਲੈਂਦੇ? ਕੰਮ ਤਾਂ ਕਰਨਾ ਪੈਂਦਾ। ਹਾਂ ਬਿਕੋਜ਼ ਜਿਹੜੇ ਹੁਣ ਫਰਜ਼ ਕਰੋ ਇੱਥੇ ਗਏ ਆ, ਦੇ ਨਾਟ ਯੂਜ਼ਡ ਟੂ ਹਾਂਜੀ that pace of working. ਹੁਣ ਐਗਜ਼ਾਮਪਲ ਆ, ਅਸੀਂ ਕੰਮ ਤੇ ਜਾਂਦੇ ਆ, we can be 3 minutes late. ਚੌਥੀ ਵਾਰ ਅਸੀਂ ਇੱਕ ਵਾਰ ਲੇਟ ਹੋ ਗਏ, ਤੁਸੀਂ third time you called in, why you late? ਟ੍ਰੇਨ ਲੇਟ ਹੋ ਗਈ ਜੀ, ਬੱਸ ਲੇਟ ਹੋ ਗਈ, ਗੱਡੀ ਓਕੇ ਨੋ ਲੀਵ 1 hour early, 1 ਘੰਟਾ ਅਰਲੀ ਆ ਜਾਓ, ਨਹੀਂ ਤੁਹਾਨੂੰ ਪੁਆਇੰਟ ਮਿਲੇਗਾ। ਤੇ ਰਿਸ਼ਵਤ ਵਰਗੀ ਚੀਜ਼ ਉੱਥੇ ਵੀ ਹੈਗੀ? ਨਹੀਂ ਹੈਗੀ। ਨਹੀਂ ਮੈਂ ਸਿੰਪਲ ਨਾਲ ਤੁਹਾਨੂੰ ਦੱਸ ਦਿੰਦਾ, ਸਾਡੀ ਡਿਪਾਰਟਮੈਂਟ ਜੋ ਏਵੀਏਸ਼ਨ 에ਅਰਪੋਰਟ ਹੈ, ਸਾਡੇ 4 ਸਪੇਰੇ ਕੈਮਰੇ ਲੱਗੇ ਆ। ਅੱਛਾ ਇੱਕ ਬੋਰਡਰ ਫੋਰਸ ਦਾ, ਇੱਕ ਪੁਲਿਸ ਦਾ, ਇੱਕ 에ਅਰਪੋਰਟ ਅਥਾਰਟੀ ਦਾ, ਤੁਸੀਂ ਨੱਠ ਨਹੀਂ ਸਕਦੇ। ਅਸਾਂ ਆਪਾਂ ਗੱਲ ਕਰ ਰਹੇ ਹਾਂ 4 ਸਪੇਰੇ, ਐਟਲੀਸਟ 7 to 8 cameras are there. Well, and it's not worth
ਰਿਸ਼ਵਤ ਦਾ ਕੋਈ ਸਵਾਲ ਨਹੀਂ ਉਹਨਾਂ ਦੀ ਮੋਰਲ ਵੈਲਿਊਜ਼ 'ਚ ਆ ਕਿ ਹੁਣ ਤੁਸੀਂ ਕੈਮਰੇ ਕਹਿਤਾ ਤੇ ਮੈਨੂੰ ਸ਼ੱਕ ਪਾਤਾ। moral value is because you're being paid to do a job ਹਾਂਜੀ and they're earning good money. So ਉਹਨਾਂ ਨੂੰ ਕੋਈ it's not worth for them ਕਿ ਫਰਜ਼ ਕਰੋ ਤੁਸੀਂ ਕਿਸੇ ਹੋਰ ਮੈਂ 에ਅਰਲਾਈਨ ਦਾ ਨਾਂ ਨਹੀਂ ਲਵਾਂਗਾ but any airline ਉਹਨਾਂ ਸਿਸਟਮ ਐਗਜ਼ਾਮਪਲ ਐਕਸਿਸ ਬੈਗੇਜ ਦਾ ਹੈਗਾ, ਠੀਕ ਹੈ, ਤੁਹਾਡਾ ਭਾਰ ਜ਼ਿਆਦਾ ਆ, ਹਾਂਜੀ ਅਸੀਂ ਕਹਾਂਗੇ ਜੇ ਤੁਹਾਨੂੰ ਇਹ ਪੈਸੇ ਦੇਣੇ ਆ, ਅਗਲੇ ਕਹਿੰਦੇ ਠੀਕ ਆ, ਜਾਂ ਅਗਲੇ ਨੋਟ ਕੱਢਣਗੇ ਵੀ ਡੋਂਟ ਐਕਸੈਪਟ, ਹੈਜ਼ ਟੂ ਬੀ ਕਾਰਡ ਤੇ ਕਰੋ ਜੀ, ਤੁਹਾਡਾ ਇਨਵੋਇਸ ਮਿਲ ਗਿਆ, ਦੇ ਯੂ ਗੋ, ਦੇਰ ਇਜ਼ ਨੋ ਰਾਈਟਿੰਗ, ਇਨਵੋਇਸ ਆ ਜਾਂਦਾ, ਬੈਗ ਟੈਗ ਆ ਜਾਂਦਾ, ਬੈਗ ਅਸੀਂ ਭੇਜ ਦਿੰਦੇ। ਅੱਛਾ ਜੀ। ਸੋ ਰਿਸ਼ਵਤ ਦੀ ਤਾਂ ਗੱਲ ਹੁੰਦੀ ਹੋਈ ਨਹੀਂ, ਓਕੇ ਹਜ਼ਾਰਾਂ 'ਚ ਇੱਕ ਹੋਊਗਾ, ਮੈਂ ਨਹੀਂ ਕਹਿੰਦਾ ਨਹੀਂ ਹੁੰਦਾ, ਬਟ ਇਟਸ ਹਿਊਮਨ ਨੇਚਰ, ਠੀਕ ਹੈ, ਪਰ ਯੂ ਸਫਰ ਅ ਵੈਰੀ ਬੈਡ ਪੈਨਲਟੀ ਦੈਨ ਬਿਕਾਜ਼ ਤੁਸੀਂ ਉਹ ਲਿਸਟ ਵਿੱਚ ਆ ਗਏ, ਦੈਨ ਇਟਸ ਨਾਟ ਗੁੱਡ ਫॉर ਯੋਰ ਫਿਊਚਰ ਰੈਫਰੈਂਸ। ਤੁਸੀਂ ਹੋਰ ਕੰਮ ਤੇ ਵੀ ਜਾਵੋਗੇ ਨਾ, ਹੁਣ ਤੁਸੀਂ ਉਹ ਬਲੈਕ ਲਿਸਟ 'ਚ ਆ ਜਾਣਾ। ਇੰਗਲੈਂਡ ਦੀ ਸਭ ਤੋਂ ਸੋਹਣੀ ਜਗ੍ਹਾ ਜਿੱਥੇ ਮਤਲਬ ਮੈਂ ਜੇ ਮੰਨ ਲਓ ਮੈਨੂੰ ਐਡਵਾਈਸ ਕਰਨਾ ਹੋਵੇ ਵੀ ਮੈਂ ਜਾਣਾ ਵਾ ਤੇ ਤੁਸੀਂ ਮੈਨੂੰ ਦੱਸੋ ਵੀ ਇੱਥੇ ਜ਼ਰੂਰ ਜਾਇਓ। Central London is attraction, but is any city like anywhere in the world. Hustle bustle, ਗੱਡੀਆਂ ਬੱਸਾਂ ਜੋ ਵੀ ਹੈ, ਚਲੋ ਜੀ। Apart from that, London is the main attraction because of wheel ਉੱਥੇ ਹੈ, bits and pieces ਲੰਡਨ ਹੈ ਜੀ। ਪਰ ਜੇ ਤੁਸੀਂ like me you want a quieter life, you go south, ਅੱਛਾ ਠੀਕ ਹੈ, ਡੋਰਸੇਟ ਆ, ਉੱਥੇ ਵਿਲੇਜ ਜਿਵੇਂ ਪਿੰਡ ਕਹਿ ਦਿੰਦੇ ਆ, ਹਾਂਜੀ very nice, peaceful, no hoo-ha, no shouting, ਆਰਾਮ ਨਾਲ ਦੁਨੀਆ ਰਹਿੰਦੀ ਹੈ, ਬਾਈ ਦ ਕੋਸਟ, ਬੀਚ ਆ ਉੱਥੇ। ਦੂਸਰਾ ਹੈਗਾ ਸਕਾਟਲੈਂਡ ਅਪ ਨੌਰਥ, ਹਾਂਜੀ ਉੱਥੇ ਮਾਊਂਟੇਨਸ ਆ, ਫਰੈਸ਼ ਏਅਰ, ਰਿਵਰਸ, ਵਾਟਰਫਾਲਸ, ਸੋ ਦੇਰ ਇਜ਼ ਕੁਆਇਟ ਅ ਲੋਟ ਟੂ ਸੀ। ਇਸ ਵਾਰ ਮੇਰਾ ਮਨ ਹੈ ਕਿ ਮੈਂ ਸਕਾਟਲੈਂਡ ਜ਼ਰੂਰ ਜਾ ਕੇ ਆਵਾਂ। ਜੀ ਆਇਆਂ ਨੂੰ। ਸਕਾਟਲੈਂਡ ਯਾਰਡ ਦੀ ਪੁਲਿਸ ਬੜੀ ਮਸ਼ਹੂਰ ਹੈ ਵੈਸੇ, ਉਹ ਲੰਡਨ ਆਈ ਦੇ ਸਾਹਮਣੇ ਦਫ਼ਤਰ ਹੈ ਉਹਨਾਂ ਦਾ, ਹਾਂ ਸਕਾਟਲੈਂਡ ਯਾਰਡ ਦਾ, ਜੀ ਜੀ। ਤੇ ਉੱਥੋਂ ਤੱਕ ਤਾਂ ਮੈਂ ਪਹੁੰਚ ਗਿਆ, ਹੁਣ ਸਕਾਟਲੈਂਡ ਪਹੁੰਚਣਾ ਵੇਖਦੇ ਆ। ਤੇ ਕੋਈ ਸੁਨੇਹਾ ਜਿਹੜੇ ਨਵੇਂ ਯੂਥ ਇੱਥੇ ਪੜ੍ਹਨ ਆਉਂਦੇ ਨੇ, ਕੁੜੀਆਂ ਮੁੰਡੇ, ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ, ਕਿਹੜੀ ਲਾਈਨ 'ਚ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਤੇ ਉਹਦੇ ਬਾਰੇ ਇੱਕ ਜਿਹੜਾ ਆਪਣੇ ਵੱਲੋਂ ਦਿਲੋਂ ਕੋਈ ਸੰਦੇਸ਼ ਬੀਇੰਗ ਇੰਡੀਅਨ, ਬੀਇੰਗ ਭਾਰਤੀ ਤੁਸੀਂ ਦੇਣਾ ਚਾਹੋ ਉਹਨਾਂ ਦੇ ਭਲੇ ਲਈ, ਤੇ ਦੱਸੋ। ਜੇ ਦੇਖ ਮੈਂ ਇਹੀ ਐਡਵਾਈਸ ਦਊਂਗਾ ਕਿ ਤੁਸੀਂ ਜੇ ਸਟੱਡੀ ਬੇਸਿਸ ਜਾ ਰਹੇ ਹੋ, ਯੂ ਸਟੱਡੀ ਐਂਡ ਯੂ ਫੋਕਸ ਔਨ ਦੈਟ, ਹਾਂਜੀ not migrant workers to get a quick buck, quick penny to earn money, because ਜੇ ਅਸੀਂ ਸਟੱਡੀ ਕਰਾਂਗੇ ਉਹੀ ਤੁਹਾਡੀ ਫਿਊਚਰ ਬਣੇਗੀ, ਬਿਕੋਜ਼ ਤੁਸੀਂ ਜੇ ਦੂਸਰੇ ਤੌਰ 'ਤੇ ਜਾਓਗੇ ਯੂ ਵਿਲ ਸਫਰ ਐਂਡ ਸਫਰ ਵੈਰੀ ਬੈਡਲੀ, ਐਂਡ ਜੋ ਅਸੀਂ ਹਾਲਾਤ ਦੇਖਦੇ ਹਾਂ ਰੋਜ਼, ਇਟਸ ਲਾਈਕ ਵੀ ਰੀਅਲੀ ਫੀਲ ਬੈਡ, ਕਿਉਂਕਿ ਜੋ ਹਰਕਤਾਂ ਹੋ ਰਹੀਆਂ ਉੱਧਰ, ਇਟਸ ਸੋ ਬੈਡ, ਕਿਉਂਕਿ ਮੈਂ ਕੈਮਰੇ 'ਤੇ ਨਹੀਂ ਕਹਿਣਾ ਚਾਹੁੰਦਾ, ਬਟ ਆਮ ਜਸਟ ਸੇਇੰਗ ਨਹੀਂ ਕਹਿ ਦੋ, ਕਿਉਂਕਿ ਸੱਚ ਤਾਂ ਪਤਾ ਲੱਗਣਾ ਚਾਹੀਦਾ। ਡਿਪਲੋਮੈਟਿਕਲੀ ਸਾਡੀਆਂ ਕੁੜੀਆਂ ਆਪਣੀਆਂ ਬੇਟੀਆਂ ਹੁੰਦੀਆਂ, ਹਾਂਜੀ ਐਂਡ ਸਾਡੀ ਸੈਲਫ ਰਿਸਪੈਕਟ ਹੁੰਦੀ ਹੈ, ਇੱਜ਼ਤ ਹੁੰਦੀ ਹੈ, ਐਂਡ ਆਮ ਸੇਇੰਗ ਲਿਵਿੰਗ ਦੇ ਆਫਟਰ 60 years ਐਂਡ ਆਈ ਸਟਿਲ ਹੈਵ ਮਾਈ ਵੈਲਿਊਜ਼, ਤੁਹਾਡੀ ਬੇਟੀ ਮੇਰੀ ਬੇਟੀ ਆ, ਐਂਡ ਜੋ ਕੁੜੀਆਂ 'ਤੇ ਜਾਂਦੀਆਂ ਨੇ, ਪਰ ਹਾਲਾਤ ਇੰਨੇ ਖਰਾਬ ਆ ਕਿ ਗੁਰਦੁਆਰੇ ਵਾਲੇ ਐਂਡ ਮੰਦਰ ਵਾਲੇ ਨੇ ਕਲੈਕਸ਼ਨ ਕੀਤੀ ਕਿ ਇਹਨਾਂ ਨੂੰ ਵਾਪਸ ਭੇਜ ਦਿਓ, ਅੱਛਾ ਜੀ ਕੰਮ ਠੀਕ ਨਹੀਂ ਹੋ ਰਿਹਾ ਇੱਥੇ। ਸੋ ਹਰੇਕ ਨੂੰ ਭੁੱਖਾ ਖਾਣਾ ਹਾਂਜੀ ਸੀ, ਸੋ ਇਸ ਲੈਵਲ 'ਤੇ ਕੰਮ ਇੰਨਾ ਖਰਾਬ ਹੋ ਗਿਆ, ਜਾਂ ਉਹ ਸੁਸਾਈਡ ਕਰਨ ਲੱਗੇ ਜਾਂ ਉਹ ਗਲਤ ਰਸਤੇ ਚੱਲ। ਅੱਛਾ ਸੋ ਮੇਰੀ ਐਡਵਾਈਸ ਆ ਕਿ ਸਪੈਸ਼ਲੀ ਪੇਰੈਂਟਸ ਜਿਹੜੇ ਭੇਜ ਰਹੇ ਆ ਕੁੜੀਆਂ ਨੂੰ, ਸੋਚ ਸਮਝ ਕੇ ਭੇਜਿਓ ਉੱਥੇ, ਠੀਕ ਹੈ, ਐਂਡ ਮੇਕ ਸ਼ੋਰ ਕਿ ਉਹਨੇ ਸਟੱਡੀ ਕਰਨਾ ਤਾਂ ਸਟੱਡੀ ਕਰਨ, ਠੀਕ ਹੈ। If you can afford it, you can finance them, fine. If it's different aspect, if you're a business person, you can sustain, fund them, fine. But ਜੇ ਤੁਸੀਂ with respect coming from a village background, there is no point sending your daughter. I wouldn't personally advise it. I wouldn't send my own daughter. I wouldn't send anybody else's. ਸੋ ਦੋਸਤੋ ਤੁਸੀਂ ਸਾਰੇ ਆਪਣੇ ਪਰਿਵਾਰ ਹੋ, ਪਰਿਵਾਰ ਦੇ ਲਈ ਮੈਂ ਇੱਕ ਗੱਲ ਦੱਸਣੀ ਚਾਹੁੰਦਾ, ਜੋ ਇਹਨਾਂ ਦੀਆਂ ਗੱਲਾਂ 'ਚੋਂ ਨਿਚੋੜ ਮੈਂ ਪਾਇਆ, ਕਿ ਕੋਈ ਵੀ ਬੱਚਾ ਜਦੋਂ ਆਪਾਂ ਭੇਜਣਾ ਜਾਂ ਤੇ ਪੂਰਾ ਦਮ ਹੋਵੇ ਕਿ ਉਹ ਸਿਰਫ ਪੜ੍ਹਨ ਨਹੀਂ ਜਾਵੇ। ਵੈਸੇ ਪੜ੍ਹਾਈ ਦੇ ਵਿੱਚ ਮੇਰੇ ਖਿਆਲ ਨਾਲ ਭਾਰਤ ਤੋਂ ਵਧੀਆ ਦੇਸ਼ ਕੋਈ ਨਹੀਂ ਹੈਗਾ, ਕਿਉਂਕਿ ਇੱਥੋਂ ਦੇ CEO ਜਿਹੜੇ ਆ ਉਹ ਅਮਰੀਕਾ ਵਗੈਰਾ ਲੱਗੇ ਹੋਏ ਨੇ, ਇੱਥੋਂ ਦੇ ਸਕੂਲਾਂ ਦੇ ਪੜ੍ਹੇ ਹੀ ਫੋਰਨ ਦੇ ਦੇਸ਼ਾਂ 'ਚ ਉਹਨਾਂ ਦੀ ਇਨਕਮ ਦੇ ਵਿੱਚ ਵਾਧਾ ਕਰਨ ਲਈ ਰਾਜ ਕਰ ਰਹੇ ਨੇ, ਤੇ ਆਪਾਂ ਉਧਰ ਨੂੰ ਉਲਟਾ ਪੜ੍ਹਨ ਜਾ ਰਹੇ ਹਾਂ, ਜਦ ਕਿ ਪੜ੍ਹਨ ਕੋਈ ਵੀ ਨਹੀਂ ਜਾਂਦਾ ਉੱਥੇ, ਕੰਮ ਕਾਰ ਤੇ PR ਲੈਣ ਜਾਂਦੇ, ਪੱਕੇ ਹੋਣ ਜਾਂਦੇ ਤੇ ਟੌਰਾਂ ਮਾਰਨ ਜਾਂਦੇ ਆ। ਇਹ ਟੌਰਾਂ ਦੇ ਵਿੱਚ ਪਿਛਲਾ ਬੇੜਾ ਗਰਕ ਹੋਈ ਜਾਂਦਾ ਵਾ। ਆਪਾਂ ਇਸ ਨੂੰ ਸੰਭਾਲ ਸਕਦੇ ਹਾਂ, ਇਹਨਾਂ ਦੀ ਸੋਚ ਤੋਂ ਪ੍ਰੇਰਨਾ ਲਈਏ ਜੋ ਇਹ ਕਹਿ ਰਹੇ ਕਿ ਕੁੜੀਆਂ ਮੁੰਡਿਆਂ ਦਾ ਹਾਲਾਤ ਜਿਹੜੇ ਆ ਹੁਣ
ਬਾਹਰ ਰਹਿਣ ਦੇ ਯੋਗ ਨਹੀਂ, ਕਿਉਂਕਿ ਟਰੰਪ ਸਾਹਿਬ ਨੇ ਆਪਣੀ ਨਵੀਂ ਨੀਤੀਆਂ, ਹਰ ਦੇਸ਼ ਨੇ ਆਪਣੀਆਂ ਨਵੀਆਂ ਨੀਤਾਂ ਦੇ ਮੁਤਾਬਕ ਜੰਜਾਲ ਪਾਉਣਾ ਸ਼ੁਰੂ ਕਰਤਾ ਵਾ। ਅਜੇ ਵੀ ਵੇਲਾ ਵਾ, ਮੌਕਾ ਸਾਂਭ ਲਈਏ, ਬੱਚਿਆਂ ਨੂੰ ਆਪਾਂ ਚੰਗੇ ਰਸਤੇ ਤੇ ਪਾਈਏ। ਇੱਥੇ ਵੀ ਬਹੁਤ ਕੁਛ ਹੈ, ਬਹੁਤ ਕੁਛ ਅਸੀਂ ਕਰ ਸਕਦੇ ਹਾਂ ਤੇ ਹਾਲਾਤਾਂ ਨੂੰ ਅਸੀਂ ਸੁਧਾਰਨਾ। ਅਸੀਂ ਇਸ ਦੇ ਦੇਸ਼ ਦੇ ਵਾਸੀ ਹਾਂ ਤੇ ਅਸੀਂ ਚੰਗੇ ਬਸ਼ਿੰਦੇ ਬਣ ਕੇ ਸਾਹਮਣੇ ਆਉਣਾ। ਮੈਂ ਬਹੁਤ ਬਹੁਤ ਆਭਾਰੀ ਹਾਂ, ਸ਼ੁਕਰਗੁਜ਼ਾਰ ਹਾਂ ਸਰਦਾਰ ਸੁਭਾਸ਼ ਸਿੰਘ ਰੰਧਾਵਾ, ਚੰਨੀ ਰੰਧਾਵਾ ਜੀ ਦਾ, ਜਿਨ੍ਹਾਂ ਨੇ ਆ ਕੇ ਮੇਰਾ ਮਾਣ ਵਧਾਇਆ, ਚੰਗੀਆਂ ਗੱਲਾਂ ਲੋਕਾਂ ਨਾਲ ਕੀਤੀਆਂ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸੋ ਮਚ ਮਖਨਾ ਸਾਹਿਬ ਐਂਡ ਸਾਰੇ श्रोते मेरे वालों प्यार भरी सत श्री अकाल। गॉड ब्लेस यू ऑल, लिव लॉन्ग एंड प्रॉस्पर। माफ करना मेरी पंजाबी थोड़ी है, पर 7 साल तो हो गया भरा हो गया बाहर, सो नहीं, आई डन माय बेस्ट। ਸਾਡੀ ਪੰਜਾਬੀ ਬਹੁਤ ਸੋਹਣੀ ਹੈ ਤੇ ਤੁਹਾਨੂੰ ਸਭ ਮਾਫ ਹੈ। ਸੋ ਮਿਲਦੇ ਹਾਂ ਜੀ ਅਗਲੀ ਵਾਰੀ ਅਗਲੇ ਵੱਖਰੀ ਗੱਲ ਦੇ ਵਿੱਚ, ਗੱਲ ਵੱਖਰੀ ਲੈ ਕੇ। ਗੁਰਿੰਦਰ ਮਕਨਾ।